ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰੀਆਂ ਭੈਣਾਂ ਔਰ ਸਾਰੇ ਵੀਰਾਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਮਾਝ ਕੀ ਵਾਰ ਦੀ ਵਿਚਾਰ ਕੁਛ ਦਿਨ ਤੋਂ ਕਰ ਰਹੇ ਹਾਂ ਔਰ ਗੁਰਬਾਣੀ ਵਿਚਾਰ ਕੇ ਜੀਵਨ ਜਾਚ ਸਿੱਖਣ ਦਾ ਯਤਨ ਕਰ ਰਹੇ ਹਾਂ। ਅੱਜ ਅਸੀਂ 26ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਕੱਲ ਤੱਕ 25 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ ਤੇ 26ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਪਹਿਲਾ, ਸਿਰ ਖੁਹਾਏ ਪੀਹੈ ਮਲਵਾਣੀ ਝੂਠਾ ਮੰਗ ਮੰਖਾਹੀ। ਤੇ ਇਹ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 149 ਤੇ ਅੰਕਿਤ ਹੈ। ਇਸ ਸ਼ਲੋਕ ਬਾਰੇ ਮੈਂ ਥੋੜੀ ਜਿਹੀ ਵਿਚਾਰ ਆਪ ਦੇ ਨਾਲ ਪਹਿਲਾਂ ਸਾਂਝੀ ਕਰਦੇ ਹਾਂ। ਇਹ ਜੈਨੀ ਸਰੇਵੜਿਆਂ ਦੇ ਮਾਰਗ ਬਾਰੇ ਜਿਹੜਾ ਹੈ ਉਹ ਦੱਸਿਆ ਗਿਆ ਹੈ ਕਿ ਉਹ ਕੈਸੀ ਜ਼ਿੰਦਗੀ ਜੀ ਰਹੇ ਨੇ। ਮੈਂ ਥੋੜਾ ਜਿਹਾ ਜੈਨ ਮਾਰਗ ਬਾਰੇ ਆਪ ਨਾਲ ਵਿਚਾਰ ਸਾਂਝੀ ਕਰ ਰਿਹਾ। ਭਾਈ ਹਰਬੰਸ ਸਿੰਘ ਜੀ ਲਿਖਦੇ ਨੇ, ਮੈਂ ਤੁਹਾਨੂੰ ਉਸੇ ਤਰ੍ਹਾਂ ਸੇਮ ਪੜ੍ਹ ਕੇ ਹੀ ਸੁਣਾ ਰਿਹਾ ਜੀ। ਮਹਾਨ ਕੋਸ਼ ਦੇ ਕਰਤਾ ਅਨੁਸਾਰ ਜੈਨ ਮਤ ਦੇ ਦੋ ਫਿਰਕੇ ਨੇ, ਇੱਕ ਸ਼ਵੇਤੰਬਰ ਔਰ ਦੂਜਾ ਦਿਗੰਬਰ। ਸ਼ਵੇਤੰਬਰ ਚਿੱਟੇ ਬਸਤਰ ਪਹਿਨਦੇ ਨੇ ਔਰ ਦਿਗੰਬਰ ਨੰਗਾ ਰਹਿਣਾ ਪਸੰਦ ਕਰਦੇ ਨੇ। ਜੈਨੀ ਫਿਰਕੇ ਦੇ ਜੋ ਪੈਰੋਕਾਰਾਂ ਨੂੰ ਬੋਲਣ ਵੇਲੇ ਮੂੰਹ ਅੱਗੇ ਕੱਪੜਾ ਰੱਖਣਾ ਜ਼ਰੂਰੀ ਹੈ। ਹਰੇਕ ਜੈਨੀ ਪਾਸ ਰਜੋਹਰਾ ਯਾਨੀ ਸੂਤ ਦਾ ਝਾੜੂ ਹੋਣਾ ਚਾਹੀਦਾ ਹੈ, ਜਿਸ ਨਾਲ ਬੈਠਣ ਵੇਲੇ ਉਹ ਜ਼ਮੀਨ ਸਾਫ਼ ਕਰ ਲਵੇ ਤਾਂ ਜੋ ਕੋਈ ਜੀਵ ਹੇਠਾਂ ਆ ਕੇ ਨਾ ਮਰੇ। ਜੈਨੀ ਸਾਧੂ ਨੂੰ ਠੰਡਾ ਭੋਜਨ ਔਰ ਉਬਲਿਆ ਹੋਇਆ ਪਾਣੀ ਪੀਣ ਦੀ ਹਦਾਇਤ। ਨਿਰਮਲ ਜਲ ਦੇ ਨਾਲ ਨਹਾਉਣਾ ਵਰਜਿਤ ਹੈ, ਕਿਉਂਕਿ ਅਜਿਹਾ ਕਰਨ ਤੋਂ ਜੀਵ ਮਰਦੇ ਨੇ। ਜੈਨੀ ਲਈ ਧਨ ਜਮਾ ਕਰਨਾ ਨਿਖੇਧ ਹੈ। ਹੋਰ ਵਰਤਾਂ ਤੋਂ ਛੁੱਟ 8 ਵਰਤ ਸ਼੍ਰੋਮਣੀ ਨੇ, ਅਰਥਾਤ ਭਾਦੋਂਵਦੀ 12 ਤੋਂ ਭਾਦੋਂ ਸੁਦੀ 4 ਤੀਕ ਅਖੀਰੀ ਦਿਨ ਦਾ ਨਾਮ ਛਮਛਰੀ ਹੈ, ਜੋ ਸਭ ਪਾਪਾਂ ਨੂੰ ਮਾਫ ਕਰਾਉਣ ਵਾਲਾ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸੰਕੇਤ ਕੋਸ਼ ਵਿੱਚ ਅੰਕਿਤ ਹੈ ਕਿ ਜਨ ਸਰੇਵੜਿਆਂ ਦਾ, ਜੈਨ ਸਰੇਵੜਿਆਂ ਦਾ ਮਤ ਹੈ ਇੱਕ ਨਿਰੀਸ਼ਵਰਵਾਦੀ ਔਰ ਅਹਿੰਸਾਵਾਦੀ ਮਤ ਹੈ, ਯਾਨੀ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਜਿਸ ਤੇ ਮੋਢੀ ਜਿਨ ਭਗਵਾਨ ਜਾਂ ਰਿਸ਼ਭ ਦੇਵ ਸਨ। ਜੈਨੀ 24 ਤੀਰਥੰਕਰਾਂ ਦੀ ਪੂਜਾ ਕਰਦੇ ਨੇ। ਰਿਸ਼ਭ ਦੇਵ ਪਹਿਲੇ ਤੀਰਥੰਕਰ ਸਨ ਤੇ ਮਹਾਵੀਰ ਅੰਤਮ। ਦਰਅਸਲ ਮਹਾਵੀਰ ਵਰਧਮਾਨ ਨੇ, ਜੋ ਇੱਕ ਮਹਾਤਮਾ ਬੁੱਧ ਦੇ ਸਮਕਾਲੀਨ ਸਨ, ਈਸਵੀ ਪੂਰਵ 5ਵੀਂ-6ਵੀਂ ਸਦੀ ਵਿੱਚ ਇਸ ਮਤ ਦੀ ਰੂਪਰੇਖਾ ਤਿਆਰ ਕੀਤੀ। ਸਿਧਾਂਤਕ ਤੌਰ ਤੇ ਜੈਨ ਮਤ ਅਨੇਕਾਂਤਵਾਦੀ ਹੈ, ਜਿਸ ਦਾ ਭਾਵ ਹੈ ਕਿ ਕੋਈ ਵੀ ਪਦਾਰਥ ਸੱਤ ਜਾਂ ਅਸੱਤ ਨਹੀਂ, ਸਗੋਂ ਸਾਪੇਖਕ ਦ੍ਰਿਸ਼ਟੀ ਤੋਂ ਹੀ ਐਸਾ ਕਿਹਾ ਜਾਂਦਾ ਹੈ। ਇਸ ਕਰਕੇ ਇਹ ਲੋਕ ਹਰ ਗੱਲ ਦੇ ਨਾਲ ਸ਼ਾਇਦ ਵਰਤਦੇ ਤੇ ਇਸ ਨੂੰ ਸਯਾਦਵਾਦ ਕਹਿੰਦੇ ਹਨ। ਪਰਮੇਸ਼ਰ ਨੂੰ ਇੱਕ ਉਂਝ ਨਹੀਂ ਮੰਨਦੇ ਤੇ ਨਾ ਹੀ ਕਿਸੇ ਦੇਵਤਾ ਨੂੰ। ਇਹਨਾਂ ਦੀ ਪੂਜਾ ਵਿਧੀ ਵਿੱਚ ਕੁਝ ਪੁਰਾਣਾ ਸਾਕਤ ਮਤ ਜਿਹੜਾ ਹੈ ਉਹ ਵੇਖਿਆ ਜਾ ਸਕਦਾ ਹੈ। ਸੱਚਾ ਜੈਨੀ ਬਣਨ ਲਈ 5 ਮਹਾਂਬ੍ਰਤਾਂ ਦਾ ਪਾਲਨ ਜ਼ਰੂਰੀ ਹੈ ਤੇ ਇਹ 5 ਮਹਾਨ ਬ੍ਰਤ ਨੇ: ਅਹਿੰਸਾ, ਸਤਿ, ਚੋਰੀ ਨਾ ਕਰਨਾ, ਕੁਝ ਗ੍ਰਹਿਣ ਨਾ ਕਰਨਾ ਤੇ ਬ੍ਰਹਮਚਰਜ। ਪਹਿਲੇ 4 ਹੀ ਬ੍ਰਤ ਸਨ। ਮਹਾਵੀਰ ਜੀ ਨੇ ਇਸ ਵਿੱਚ 5ਵਾਂ ਹੋਰ ਜੋੜ ਦਿੱਤਾ। ਅਹਿੰਸਾ ਇਹਨਾਂ ਦਾ ਮੁੱਖ ਸਿਧਾਂਤ ਹੈ, ਜਿਸ ਦਾ ਭਾਵ ਹੈ ਕਿ ਕਿਸੇ ਵੀ ਤਰ੍ਹਾਂ ਕਿਸੇ ਜੀਵ ਨੂੰ ਦੁਖਾਇਆ ਨਾ ਜਾਏ, ਮਾਰਿਆ ਨਾ ਜਾਏ। ਇਸੇ ਕਰਕੇ ਲੋਕ ਸ਼ੁੱਧ ਪਾਣੀ ਨਹੀਂ ਪੀਂਦੇ, ਸ਼ੁੱਧ ਪਾਣੀ ਵਿੱਚ ਇਸ਼ਨਾਨ ਨਹੀਂ ਕਰਦੇ। ਇਹਨਾਂ ਦਾ ਖਿਆਲ ਹੈ ਕਿ ਐਸਾ ਕਰਨ ਨਾਲ ਜੀਵ ਮਰਦੇ ਤੇ ਪਾਪ ਲੱਗਦਾ ਹੈ। ਹਮੇਸ਼ਾ ਮੂੰਹ ਅਤੇ ਨੱਕ ਉੱਤੇ ਪੱਟੀ ਬੰਨ ਕੇ ਰੱਖਦੇ ਤੇ ਹੱਥ ਵਿੱਚ ਫੁੰਮਣ ਲੈ ਕੇ ਚੱਲਦੇ ਨੇ। ਉਸ ਨਾਲ ਜੀਵਾਂ ਤੋਂ ਰਸਤਾ ਸਾਫ਼ ਕਰਦੇ ਹਨ। ਇਸੇ ਤਰ੍ਹਾਂ ਮੈਲਾ ਪਾਣੀ ਪੀਣਾ, ਝੂਠਾ ਖਾਣਾ, ਗੰਦ ਫੋਲਣਾ, ਤਪ ਤਾਪਣਾ, ਹੋਰ ਕਈ ਤਰ੍ਹਾਂ ਦੇ ਪਰਹੇਜ਼ ਨਿਭਾਉਣਾ ਜੈਨੀਆਂ ਦੇ ਕਰਤੱਵ ਹੋ ਗਏ। ਜਦ ਅਹਿੰਸਾ ਦਾ ਵਿਚਾਰ ਇਸ ਤਰ੍ਹਾਂ ਵਹਿਮ ਭਰਮ ਦਾ ਰੂਪ ਧਾਰਨ ਕਰ ਗਿਆ ਤਾਂ ਜੈਨੀ ਲੋਕ ਜਿਹੜੇ ਨੇ ਉਹ ਕਰਮ ਯੋਗੀ ਨਾ ਰਹੇ, ਫੋਕੇ ਕਰਮ ਕਾਂਡਾਂ ਦੇ ਵਿੱਚ ਫਸ ਕੇ ਧਰਮ ਦੀ ਅਸਲ ਸਪਿਰਿਟ ਹੈ ਉਹ ਗਵਾ ਬੈਠੇ। ਜੈਨ ਮਤ ਦੀਆਂ 2 ਸ਼ਾਖਾ ਨੇ, ਦਿਗੰਬਰ ਔਰ ਸ਼ਵੇਤੰਬਰ। ਦਿਗੰਬਰ ਨਗਨ ਰਹਿਣਾ ਪਸੰਦ ਕਰਦੇ ਨੇ, ਸ਼ਵੇਤੰਬਰ ਚਿੱਟੇ ਬਸਤਰ ਪਹਿਨਦੇ ਨੇ। ਇਹਨਾਂ ਦੇ ਧਰਮ ਗ੍ਰੰਥ ਆਗਮ ਹਨ ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਭਾਰਤ ਯਾਤਰਾ ਸਮੇਂ ਕਈ ਥਾਂ ਜੈਨ ਮੰਡਲੀਆਂ ਤੱਕੀਆਂ ਸਨ, ਜਿਨ੍ਹਾਂ ਦਾ ਆਹਾਰ ਵਿਹਾਰ ਸੁੱਚ ਨਹੀਂ ਸੀ।
ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਆਲੋਚਨਾ ਵੀ ਕੀਤੀ ਹੈ, ਇੱਕ ਜੈਨੀ ਉਜੜ ਪਾਏ ਧੁਰੋਂ ਖੁਆਇਆ। ਤਾਂ ਇਸ ਪਾਵਨ ਸ਼ਬਦ ਦੇ ਅੰਦਰ ਜੈਨੀਆਂ ਦੀ ਜਿਹੜੀ ਗੱਲ ਕੀਤੀ ਗਈ ਹੈ, ਇਹ ਮੈਂ ਤਾਂ ਥੋੜਾ ਆਪ ਦੇ ਨਾਲ ਸਾਂਝਾ ਕੀਤਾ ਹੈ, ਜਿਸ ਕਰਕੇ ਇਹ ਜੋ ਸ਼ਲੋਕ ਅਸੀਂ ਪੜ੍ਹਨਾ ਹੈ ਇਹ ਸਾਡੀ ਸਮਝ ਵਿੱਚ ਬਹਿ ਸਕੇ। ਸਿਰ ਖੁਹਾਏ ਪੀਏ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਇਹਨੂੰ ਖਾਹੀ ਨਹੀਂ ਪੜਨਾ, ਖਾਹੀ, ਕਿਉਂਕਿ ਬਹੁਵਚਨ ਸ਼ਬਦ ਹੈ। ਮਲਵਾਣੀ ਦਾ ਮਤਲਬ ਹੁੰਦਾ ਹੈ ਮੈਲਾ ਪਾਣੀ, ਪੀਏ ਦਾ ਮਤਲਬ ਪੀਂਦੇ ਨੇ, ਸਿਰ ਖੁਆਏ ਦਾ ਮਤਲਬ ਸਿਰ ਖੁਆਉਂਦੇ ਨੇ। ਇਸ ਰੇਵੜੇ ਜੀਵ ਹੰਸਾ ਦੇ ਵਹਿਮ ਵਿੱਚ ਸਿਰ ਦੇ ਵਾਲ ਪੁਟਾ ਕੇ ਕਿ ਕਿਤੇ ਜੂਆਂ ਨਾ ਪੈ ਜਾਣ, ਮੈਲਾ ਪਾਣੀ ਪੀਂਦੇ ਨੇ ਤੇ ਝੂਠੀ ਰੋਟੀ ਮੰਗ ਮੰਗ ਕੇ ਖਾਂਦੇ ਨੇ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਸਿਰ ਦੇ ਵਾਲ ਕੈਂਚੀ ਨਾਲ ਜਾਂ ਉਸਤਰੇ ਨਾਲ ਨਹੀਂ ਕੱਟਦੇ। ਇਸ ਤਰ੍ਹਾਂ ਕਰਨ ਦੇ ਨਾਲ ਕੋਈ ਜੂੰ ਵਗੈਰਾ ਨਾ ਮਰ ਜਾਏ, ਤੇ ਵਾਲ ਰਹਿਣ ਤਾਂ ਨਹੀਂ ਦਿੰਦੇ ਕਿ ਕੋਈ ਜੂੰ ਵਗੈਰਾ ਪੈ ਨਾ ਜਾਏ, ਤੇ ਫਿਰ ਪਾਪ ਹੋਏਗਾ, ਮਰੇਗੀ। ਇਸ ਲਈ ਹੱਥਾਂ ਦੇ ਨਾਲ ਸਵਾਹ ਲਾ ਕੇ, ਕਿਉਂਕਿ ਵੈਸੇ ਵਾਲ ਤਿਲਕਦੇ ਨੇ, ਹੱਥਾਂ ਨਾਲ ਸਵਾਹ ਲਾ ਕੇ ਫਿਰ ਕੱਲਾ ਕੱਲਾ ਵਾਲ ਇਸ ਤਰ੍ਹਾਂ ਖਿੱਚ ਖਿੱਚ ਕੇ ਪੁੱਟਦੇ ਨੇ। ਤੁਸੀਂ YouTube ਦੇ ਉੱਤੇ ਵੀ ਦੇਖ ਸਕਦੇ ਹੋ। ਤਾਂ ਗੁਰੂ ਜੀ ਕਹਿੰਦੇ ਨੇ ਸਰੇਵੜੇ ਜੀਵ ਹੰਸਾ ਦੇ ਵਹਿਮ ਵਿੱਚ ਸਿਰ ਦੇ ਵਾਲ ਪੁਟਾ ਕੇ ਕਿਤੇ ਜੂਆਂ ਨਾ ਪੈ ਜਾਣ, ਮੈਲਾ ਪਾਣੀ ਪੀਂਦੇ ਨੇ ਔਰ ਝੂਠ ਮੰਗ ਮੰਗ ਕੇ ਖਾਂਦੇ ਨੇ, ਔਰ ਇਸ ਨੂੰ ਧਰਮ ਸਮਝਦੇ ਨੇ। ਫੋਲ ਫਦੀਹਤ ਮੂੰਹ ਲੈਣ ਪੜਾਸਾਂ, ਇਹਨੂੰ ਮੂੰਹੇ ਨਹੀਂ ਪੜਨਾ, ਮੂੰਹ ਲੈਣ ਪੜਾਸਾਂ। ਪਾਣੀ ਦੇਖ ਸੰਗਾਹੀ, ਹਾਹੇ ਨਾਲ ਬਿੰਦੀ ਲਾਵਾਂਗੇ, ਸੰਗਾਹੀ, ਸੱਸੇ ਤੇ ਟਿੱਪੀ, ਸੰਗਾਹੀ, ਸਗਾਹੀ ਨਹੀਂ ਸੰਗਾਹੀ। ਸੰਗਾਹੀ ਦਾ ਮਤਲਬ ਹੁੰਦਾ ਹੈ ਸੰਗਣਾ, ਸ਼ਰਮ ਕਰਨੀ। ਫੋਲ ਫਦੀਹਤ, ਫੋਲ ਦਾ ਮਤਲਬ ਫਰੋਲਣਾ ਕਿਸੇ ਚੀਜ਼ ਨੂੰ, ਤੇ ਫਦੀਹਤ ਦਾ ਮਤਲਬ ਹੈ ਪਖਾਨਾ ਯਾਨੀ ਲੈਟਰਿੰਗ। ਪੜਾਸਾਂ ਦਾ ਮਤਲਬ ਪੜਾਸ, ਗੰਦੀ ਹਵਾੜ। ਪਾਣੀ ਦੇਖ ਦਾ ਮਤਲਬ ਪਾਣੀ ਵੇਖ ਕੇ, ਸੰਗਾਹੀ ਦਾ ਮਤਲਬ ਸੰਗਦੇ ਨੇ। ਗੁਰੂ ਜੀ ਵਿਅੰਗਾਤਮਕ ਰੂਪ ਦੇ ਨਾਲ, ਵਿਅੰਗਾਤਮਕ ਸ਼ਬਦਾਵਲੀ ਦੇ ਨਾਲ ਇਹਨਾਂ ਚੀਜ਼ਾਂ ਦਾ ਖੰਡਨ ਕਰ ਰਹੇ ਨੇ ਕਿ ਜੋ ਜੈਨੀ ਨੇ ਇਹ ਲੈਟਰਿੰਗ ਕਰਕੇ, ਪਖਾਨਾ ਕਰਕੇ ਤੁਹਾਨੂੰ ਫਰੋਲ ਦਿੰਦੇ ਨੇ। ਫਰੋਲ ਤਾਂ ਦਿੰਦੇ ਨੇ ਵੀ ਕੀੜਾ ਨਾ ਕੋਈ ਮਰੇ, ਇਹਦੇ ਵਿੱਚ ਕੋਈ ਕੀੜਾ ਵਗੈਰਾ ਹੋਏ ਜਾਂ ਕੀੜਾ ਨਾ ਮਰ ਜਾਏ, ਇਸ ਕਰਕੇ। ਤੇ ਜਦੋਂ ਫਰੋਲਦੇ ਨੇ ਤੇ ਫਿਰ ਗੰਦੀ ਹਵਾੜ ਵੀ ਆਉਂਦੀ ਹੈ। ਗੁਰੂ ਜੀ ਵਿਅੰਗ ਕਰ ਰਹੇ ਨੇ ਕਿ ਇਹ ਕੈਸੇ ਲੋਕ ਨੇ ਜੋ ਆਪਣੀ ਪਖਾਨੇ ਨੂੰ ਫਰੋਲਦੇ ਨੇ ਤੇ ਮੂੰਹ ਵਿੱਚ ਗੰਦੀ ਹਵਾੜ ਲੈਂਦੇ ਨੇ। ਪਾਣੀ ਦੇਖ ਸੰਗਾਹੀ, ਪਰ ਪਾਣੀ ਨੂੰ ਵੇਖ ਕੇ ਸੰਗਦੇ ਨੇ, ਨਹਾਉਂਦੇ ਨਹੀਂ, ਇਸ਼ਨਾਨ ਆਦਿਕ ਨਹੀਂ ਕਰਦੇ, ਸਫਾਈ ਨਹੀਂ ਰੱਖਦੇ ਤੇ ਪੜਾਸਾਂ ਲੈਂਦੇ ਫਿਰਦੇ। ਭੇਡਾਂ ਵਾਂਗੀ ਸਿਰ ਖੁਹਾਇਨ, ਭਰੀਨ ਹੱਥ ਸੁਆਹੀ। ਇਹਨੂੰ ਭੇਡਾਂ ਨਹੀਂ ਪੜਨਾ, ਭੇਡਾਂ। ਵਾਗੀ ਨਹੀਂ ਪੜਨਾ। ਜੇ ਵਾਗੀ ਪੜਾਂਗੇ ਨਾ ਤੇ ਵਾਗੀ ਹੁੰਦਾ ਭੇਡਾਂ ਗਾਵਾਂ ਨੂੰ ਚਰਾਉਣ ਵਾਲਾ। ਵਾਂਗੀ, ਵਾਂਗੀ ਦਾ ਮਤਲਬ ਵਾਂਗ। ਭੇਡਾਂ ਵਾਂਗੀ ਸਿਰ ਖੁਹਾਇਨ, ਭਰੀਨ ਹੱਥ ਸੁਆਹੀ। ਭਰੀ ਦਾ ਮਤਲਬ ਭਰੇ ਜਾਂਦੇ ਨੇ, ਭਰੀਨ ਦਾ ਮਤਲਬ ਭਰੇ ਜਾਂਦੇ ਨੇ, ਮੀਨਸ ਲਿਬੜ ਜਾਂਦੇ ਨੇ। ਭੇਡਾਂ ਵਾਂਗ ਸਿਰ ਦੇ ਵਾਲ ਪੁਟਵਾਉਂਦੇ ਨੇ, ਤੇ ਵਾਲ ਪੁੱਟਣ ਵਾਲਿਆਂ ਦੇ ਹੱਥ ਸੁਆਹ ਦੇ ਨਾਲ ਭਰੇ ਹੁੰਦੇ ਨੇ। ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਵੀ ਸੁਆਹ ਹੱਥ ਨਾਲ ਲਾ ਲੈਂਦੇ ਨੇ, ਜਿਸ ਕਰਕੇ ਵਾਲ ਤਿਲਕਣ ਨਾ, ਉਹ ਚੰਗੀ ਤਰ੍ਹਾਂ ਪੁੱਟੇ ਜਾਣ। ਗੁਰੂ ਜੀ ਵਿਅੰਗਾਤਮਕ ਰੂਪ ਵਿੱਚ ਕਹਿ ਰਹੇ ਨੇ ਕਿ ਭੇਡਾਂ ਦੀ ਤਰ੍ਹਾਂ ਇਹ ਸਿਰ ਮਨਾ ਰਹੇ ਨੇ, ਪਟਾ ਰਹੇ ਨੇ ਵਾਲ, ਔਰ ਹੱਥ ਜਿਹੜੇ ਨੇ ਸੁਆਹ ਦੇ ਨਾਲ ਭਰੇ ਹੋਏ ਨੇ। ਮਾਊ ਪੀਊ ਕਿਰਤ ਗਵਾਇਨ, ਟੱਬਰ ਰੋਵਨ ਤਾਹੀ। ਤਾਹੀ ਨਹੀਂ ਪੜਨਾ, ਤਾਹੀ। ਟੱਬਰ ਨਹੀਂ ਪੜਨਾ, ਟੱਬਰ। ਮਾਊ ਪੀਊ, ਮਾਊ ਦਾ ਮਤਲਬ ਮਾਂ, ਪੀਊ ਦਾ ਮਤਲਬ ਪਿਓ, ਕਿਰਤ ਦਾ ਮਤਲਬ ਕਿ ਕੰਮ, ਗਵਾਇਨ ਦਾ ਮਤਲਬ ਗਵਾਉਂਦੇ ਨੇ, ਟੱਬਰ ਰੋਵਨ ਤਾਹੀ ਦਾ ਮਤਲਬ ਇਹਨਾਂ ਦੇ ਟੱਬਰ ਤਾਹਾਂ ਮਾਰ ਮਾਰ ਕੇ ਰੋਂਦੇ ਨੇ। ਹੁਣ ਜਦੋਂ ਇਹ ਤਿਆਗ ਹੀ ਕਰ ਬੈਠੇ, ਵਾਲ ਪੁਟਾ ਲਏ, ਆਪਣਾ ਪਖਾਨਾ ਵਗੈਰਾ ਫਰੋਲਣ ਲੱਗ ਗਏ, ਨਹਾਉਂਦੇ ਆਦਿਕ ਨਹੀਂ। ਮਾਊ ਪਿਓ ਕਿਰਤ ਗਵਾਇਨ, ਤੇ ਜੋ ਮਾਂ ਪਿਓ ਦਾ ਕੰਮ ਸੀ ਉਹ ਵੀ ਗਵਾ ਦਿੱਤਾ, ਛੱਡ ਦਿੱਤਾ, ਕਿਰਤ ਕਰਨੀ ਵੀ ਛੱਡ ਦਿੱਤੀ।
ਟੱਬਰ ਰੋਣ ਤਾਂ ਹੀ, ਇਹਨਾਂ ਦੇ ਟੱਬਰ ਜਿਹੜੇ ਨੇ ਮਾਂ ਪਿਓ ਤਾਹਾਂ ਮਾਰ ਮਾਰ ਕੇ ਰੋਂਦੇ ਨੇ, ਵਿਚਾਰੇ ਦੁਖੀ ਹੁੰਦੇ ਨੇ। ਹੁਣ ਜਿਨ੍ਹਾਂ ਦੀ ਔਲਾਦ ਇਹੋ ਜਿਹੀ ਹੋ ਜਾਏ, ਸੋਚੋ ਜੇ ਸਾਡਾ ਕੋਈ ਬੱਚਾ ਐਵੇਂ ਦਾ ਹੋ ਜਾਏ ਤੇ ਕਿਵੇਂ ਤਕਲੀਫ ਆਏਗੀ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਦੇ ਟੱਬਰ ਤਾਹਾਂ ਮਾਰ ਮਾਰ ਕੇ ਰੋਂਦੇ ਹਨ, ਦੁਖੀ ਹੁੰਦੇ ਨੇ, ਕਿਉਂਕਿ ਇਹਨਾਂ ਨੇ ਕਿਰਤਕਾਰ ਕਰਨੀ ਛੱਡ ਦਿੱਤੀ ਹੁੰਦੀ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੂਏ ਕਿਥਾਉ ਪਾਹੀ। ਹੁਣ ਇੱਥੇ ਵਿਅੰਗ ਕਰ ਰਹੇ ਨੇ, ਇਹ ਨਹੀਂ ਕਿ ਗੁਰੂ ਜੀ ਇਹਨਾਂ ਚੀਜ਼ਾਂ ਨੂੰ ਮੰਨ ਰਹੇ ਨੇ, ਕਿਉਂਕਿ ਪਿੰਡ ਪੱਤਲ ਕਿਰਿਆ ਦੀਵਾ ਇਹਨਾਂ ਦੇ ਵਿੱਚ ਸਿੱਖ ਧਰਮ ਦਾ ਕੋਈ ਵਿਸ਼ਵਾਸ ਨਹੀਂ ਹੈ ਤੇ ਨਾ ਹੀ ਇਹਨਾਂ ਦੇ ਨਾਲ ਕੋਈ ਮੁਕਤੀ ਦਾ ਸੰਬੰਧ ਹੈ। ਪਰ ਗੁਰੂ ਜੀ ਗਿਆਨੀਆਂ ਦੀ ਗੱਲ ਕਰਦੇ ਨੇ ਕਿ ਜਦੋਂ ਹੁਣ ਟੱਬਰ ਹੀ ਨਹੀਂ ਹੈ ਤੇ ਫਿਰ ਇਹਨਾਂ ਦਾ ਜਿਉਂਦਿਆਂ ਦਾ ਤੇ ਇਹ ਹਾਲ ਹੁੰਦਾ ਹੀ ਹੁੰਦਾ ਹੈ, ਮੋਇਆਂ ਦਾ ਵੀ ਹਾਲ ਹੈ ਕਿ ਪਿੱਛੇ ਕੋਈ ਹੈ ਨਹੀਂ, ਨਾ ਹੀ ਕੋਈ ਇਹਨਾਂ ਦੇ ਪਿੰਡ ਭਰਾਂਦਾ ਹੈ, ਨਾ ਕੋਈ ਪੱਤਲ ਦਿੰਦਾ ਹੈ, ਨਾ ਕੋਈ ਕਿਰਿਆ ਕਰਦਾ ਹੈ, ਨਾ ਕੋਈ ਦੀਵਾ ਜਗਾਉਂਦਾ ਹੈ। ਮੂਹੇ ਕਿੱਥਾਂ ਹੂੰ ਪਾਹੀ, ਪਤਾ ਨਹੀਂ ਕਿੱਥੇ ਮਰ ਖਪ ਜਾਂਦੇ ਨੇ, ਮਰਨ ਮਗਰੋਂ ਇਹ ਕਿੱਥੇ ਸੁੱਟੇ ਜਾਣਗੇ। ਯਾਨੀ ਇਹ ਇਸ ਰਸਮ ਨੂੰ ਵੀ ਨਹੀਂ ਮੰਨਦੇ, ਇਹਨਾਂ ਦੇ ਪਿੱਛੇ ਕੋਈ ਐਸਾ ਕਰਮਕਾਂਡ ਕਰਨ ਵਾਲਾ ਵੀ ਨਹੀਂ ਹੈ, ਇਹਨਾਂ ਕਰਮਕਾਂਡਾਂ ਵਿੱਚ ਵੀ ਨਹੀਂ ਪਏ ਹੋਏ। 68 ਤੀਰਥ ਦੇਨ ਨਾ ਢੋਈ, ਬ੍ਰਹਮਣ ਅੰਨ ਨਾ ਖਾਹੀ। ਜਿਹੜੇ 68 ਤੀਰਥ ਨੇ ਉਹ ਵੀ ਇਹਨਾਂ ਨੂੰ ਢੋਈ ਨਹੀਂ ਦਿੰਦੇ। ਢੋਈ ਨਹੀਂ ਦਿੰਦੇ ਦਾ ਮਤਲਬ ਤੀਰਥਾਂ ਤੇ ਜਾਂਦੇ ਨਹੀਂ, ਤੀਰਥਾਂ ਨੂੰ ਮੰਨਦੇ ਨਹੀਂ, ਤੀਰਥਾਂ ਵਿੱਚ ਨਹਾਉਂਦੇ ਹੀ ਨਹੀਂ। ਬ੍ਰਾਹਮਣ ਅੰਨ ਨਾ ਖਾਹੀ, ਤੇ ਬ੍ਰਾਹਮਣ ਵੀ ਇਹਨਾਂ ਦੇ ਘਰੋਂ ਅੰਨ ਨਹੀਂ ਖਾਂਦੇ। ਭਾਵ ਕਿ ਇਹ ਬ੍ਰਾਹਮਣਾਂ ਦੀ ਵੀ ਸੇਵਾ ਨਹੀਂ ਕਰਦੇ, ਯਾਨੀ ਕਿਸੇ ਦੀ ਸੇਵਾ ਨਹੀਂ ਕਰਦੇ। ਇਹਨਾਂ ਦੇ ਘਰ ਕੋਈ ਰੋਟੀ ਪਾਣੀ ਵੀ ਨਹੀਂ ਖਾਂਦਾ, ਕਿਉਂਕਿ ਹੈ ਹੀ ਨਹੀਂ। ਇਹਨਾਂ ਦੇ ਘਰ ਪ੍ਰਸ਼ਾਦਾ ਪਾਣੀ ਵੀ ਕੋਈ ਨਹੀਂ ਛਕਦਾ, ਜਿਵੇਂ ਆਮ ਲੋਕ ਕਿਰਿਆਕਰਮ ਕਰਦੇ ਨੇ, ਉਹ ਵੀ ਕਿਰਿਆਕਰਮ ਕੋਈ ਨਹੀਂ। ਸਦਾ ਕੁਚੀਲ ਰਹੇ ਦਿਨ ਰਾਤੀ, ਮੱਥੇ ਟਿੱਕੇ ਨਾਹੀ। ਰਹਿ ਹੈ ਐਵੇਂ ਨਹੀਂ ਪੜਨਾ, ਜਿੱਥੇ ਵੀ ਡਬਲ ਹਾਹਾ ਹੋਏ ਔਰ ਪਿਛਲੇ ਹਾਹੇ ਨਾਲ ਸਿਹਾਰੀ ਹੋਏ ਤਾਂ ਉਹਨੂੰ ਜਿਵੇਂ ਹਾਹੇ ਨਾਲ ਦਲਾਵਾਂ ਲਗਾ ਕੇ ਤੇ ਉੱਤੇ ਬਿੰਦੀ ਬੁਲਾਈ ਦੀ, ਐਵੇਂ ਬੁਲਾਣਾ ਉਹਨੂੰ ਰਹਿ। ਸਦਾ ਕੁਚੀਲ ਰਹਿ ਦਿਨ ਰਾਤੀ, ਮੱਥੇ ਟਿੱਕੇ ਨਾਹੀ। ਇਹਨੂੰ ਰਾਤੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਰਾਤੀ। ਜੇ ਪੜਾਂਗੇ ਨਾ ਰਾਤੀ ਤੇ ਉਹਦਾ ਮੀਨਿੰਗ ਹੋ ਜਾਏਗਾ ਰੱਤੀ ਹੋਈ, ਰੰਗੀ ਹੋਈ। ਇੱਥੇ ਹੈ ਰਾਤੀ, ਰਾਤੀ ਦਾ ਮਤਲਬ ਰਾਤਾਂ। ਸਦਾ ਕੁਚੀਲ ਰਹੇ ਦਿਨ ਰਾਤੀ, ਦਿਨ ਰਾਤ ਤੇ ਗੰਦੇ ਰਹਿੰਦੇ ਨੇ। ਮੱਥੇ ਟਿੱਕੇ ਨਾਹੀ, ਤੇ ਮੱਥਿਆਂ ਦੇ ਉੱਤੇ ਟਿੱਕਾ ਵੀ ਇਹਨਾਂ ਨੇ ਨਹੀਂ ਲਗਾਇਆ। ਭਾਵ ਕਿ ਸਰੀਰ ਨੂੰ ਸਾਫ਼ ਸੁਥਰਾ ਨਹੀਂ ਰੱਖਦੇ। ਟਿੱਕਾ ਲਾਉਣ ਦਾ ਮਤਲਬ ਸਾਫ਼ ਸੁਥਰਾ ਸਰੀਰ ਰੱਖਣਾ, ਉਹ ਵੀ ਇਹਨਾਂ ਦੇ ਅੰਦਰ ਨਹੀਂ ਹੈ। ਝੁੰਡੀ ਪਾਏ ਬਹਿਨ ਨਿਤ ਮਰਣੈ, ਦੜ ਦੀ ਬਾਣ ਨਾ ਜਾਹੀ। ਝੁੰਡੀ ਪਾਏ ਦਾ ਮਤਲਬ ਉਂਦੀ ਪਾ ਕੇ ਧੌਣ ਸੁੱਟ ਕੇ, ਜਿਵੇਂ ਕਰਕੇ ਧੌਣ ਸੁੱਟੀ ਹੁੰਦੀ ਹੈ ਨਾ, ਯਾਨੀ ਰੀੜ ਦੀ ਹੱਡੀ ਸਿੱਧੀ ਕਰਕੇ ਨਹੀਂ ਬਹਿੰਦੇ, ਧੌਣ ਸੁੱਟੀ ਹੁੰਦੀ ਥੱਲੇ। ਵੈਸੇ ਇਹ ਕੰਮ ਤੇ ਅੱਜ ਕੱਲ ਅਸੀਂ ਵੀ ਕਰਨ ਲੱਗ ਗਏ ਹਾਂ, ਧੌਣ ਸੁੱਟਣ ਵਾਲਾ, ਅੱਖਾਂ ਬੰਦ ਕਰਨ ਵਾਲਾ। ਖੈਰ ਉਹ ਇੱਕ ਵੱਖਰਾ ਟੌਪਿਕ ਹੈ। ਝੁੰਡੀ ਪਾਏ ਦਾ ਮਤਲਬ ਉਂਦੀ ਪਾ ਕੇ ਧੌਣ ਸੁੱਟ ਕੇ। ਬਹਿਨ ਨਿਤ ਮਰਣੈ, ਇੰਜ ਬੈਠੇ ਹੁੰਦੇ ਨੇ ਜਿਵੇਂ ਕਿਸੇ ਦੇ ਮਰਨ ਤੇ ਅਫਸੋਸ ਕਰਨ ਆਏ ਹੋਣ, ਯਾਨੀ ਖੁਸ਼ੀ ਨਹੀਂ ਹੈ ਜ਼ਿੰਦਗੀ ਵਿੱਚ, ਹਾਸਾ ਨਹੀਂ, ਰੀੜ ਦੀ ਹੱਡੀ ਸਿੱਧੀ ਕਰਕੇ ਬਹਿੰਦੇ ਨਹੀਂ, ਇੰਜ ਬੈਠੇ ਨੇ ਜਿਵੇਂ ਕਿਸੇ ਦਾ ਅਫਸੋਸ ਕਰਨ ਆਏ ਹੋਣ, ਫੂੜੀ ਤੇ ਬੈਠੇ ਹੋਣ। ਦੜ ਦੀ ਬਾਣ ਨਾ ਜਾਹੀ। ਦੜ ਦੀ ਬਾਣ ਦਾ ਮਤਲਬ ਕਿਸੇ ਦੜੇ ਦੀਵਾਨ ਵਿੱਚ, ਸਭਾ ਸੁਸਾਇਟੀ ਵਿੱਚ। ਇਹ ਕਿਸੇ ਸਭਾ ਸੁਸਾਇਟੀ ਵਿੱਚ ਵੀ ਨਹੀਂ ਜਾਂਦੇ ਕਿ ਜਿੱਥੇ 4 ਲੋਕ ਇਕੱਠੇ ਹੋਏ ਹੋਣ, ਸਮਾਜ ਦੇ ਵਿੱਚ ਜਾਣ, ਉਹਨਾਂ ਦੇ ਨਾਲ ਬੋਲ ਚਾਲ ਕਰਨ, ਇੱਕ ਦੂਜੇ ਦਾ ਸਹਿਯੋਗ ਕਰਨ। ਇਹ ਉਹੋ ਜਿਹੇ ਸਭਾ ਸੁਸਾਇਟੀ ਵਿੱਚ ਵੀ ਨਹੀਂ ਜਾਂਦੇ, ਸਗੋਂ ਇਕੱਠੇ ਹੋ ਕੇ ਬੈਠੇ ਹੁੰਦੇ ਨੇ ਜਿਵੇਂ ਕਿਸੇ ਦੇ ਮਰਨ ਦਾ ਅਫਸੋਸ ਕਰਨ ਵਾਸਤੇ ਆਏ ਹੋਣ। ਗੁਰੂ ਜੀ ਵਿਅੰਗਾਤਮਕ ਸ਼ਬਦਾਵਲੀ ਦੇ ਅੰਦਰ ਇਹਨਾਂ ਦੇ ਉਸ ਮਤ ਨੂੰ ਪੇਸ਼ ਕਰ ਰਹੇ ਨੇ। ਲੱਕੀ ਕਾਸੇ ਹੱਥੀਂ ਫੁੰਮਣ, ਅੱਗੋਂ ਪਿੱਛੀ ਜਾਹੀ। ਇਹਨੂੰ ਲੱਕੀ ਨਹੀਂ ਪੜਨਾ, ਲੱਕੀ ਬਿੰਦੀ ਲਗਾ ਕੇ ਲੱਕਾਂ ਨਾਲ। ਕਾਸ਼ੇ ਦਾ ਮਤਲਬ ਹੁੰਦਾ ਪਿਆਲੇ, ਅੱਗੋਂ ਪਿੱਛੀ ਦਾ ਮਤਲਬ ਅੱਗੇ ਪਿੱਛੇ, ਇੱਕ ਕਤਾਰ ਵਿੱਚ। ਤੇ ਫੁੰਮਣ ਦਾ ਮਤਲਬ ਫੁੰਮਣ ਜਿਹੜਾ ਅਸੀਂ ਸਮਝ ਸਕਦੇ ਹਾਂ। ਲੱਕਾਂ ਨਾਲ ਪਿਆਲੇ ਬੱਧੇ ਹੋਏ ਨੇ ਤੇ ਹੱਥਾਂ ਦੇ ਵਿੱਚ ਚੌਰੀਆਂ ਫੜੀਆਂ ਹੋਈਆਂ ਨੇ। ਫੁੰਮਣ ਇੱਕ ਸੂਤਰ ਦਾ ਬਣਾ ਕੇ ਨਾ,
ਜਿਸ ਦੇ ਨਾਲ ਅੱਗੋਂ ਕੀੜੇ ਵਗੈਰਾ ਜੇ ਕੋਈ ਆਏ ਤੈਨੂੰ ਪਾਸੇ ਕਰਦੇ ਨੇ। ਜੀਵ ਹਿੰਸਾ ਤੋਂ ਡਰਦੇ ਹੋਏ ਅੱਗੋਂ ਪਿੱਛੇ ਜਾਹੀ ਦਾ ਮਤਲਬ ਇੱਕ ਕਤਾਰ ਵਿੱਚ ਤੁਰਦੇ ਨੇ। ਜੈਨੀ ਲੋਕ ਜਿਹੜੇ ਨੇ ਸਰੇਵੜੇ ਐਵੇਂ ਤੁਰਦੇ ਨੇ, ਅੱਗੇ ਇਹਨਾਂ ਦਾ ਇੱਕ ਬੰਦਾ ਹੈ, ਉਹਦੇ ਹੱਥ ਦੇ ਵਿੱਚ ਇੱਕ ਫੁੰਮਣ ਹੈ ਸੂਤਰ ਦਾ, ਉਹ ਬੜੇ ਧਿਆਨ ਦੇ ਨਾਲ ਤੁਰਦਾ ਹੈ, ਉਹਦੀ ਜ਼ਿੰਮੇਵਾਰੀ ਹੈ। ਜੇ ਅੱਗੇ ਕੋਈ ਕੀੜੀ ਕੀੜਾ ਕੋਈ ਮਕੌੜਾ ਆ ਜਾਏ ਉਹਨੇ ਰੁਕ ਜਾਣਾ ਹੈ, ਬਾਕੀ ਸਾਰਿਆਂ ਨੇ ਰੁਕ ਜਾਣਾ ਹੈ। ਉਹਨੇ ਉਸ ਸੂਤ ਦੇ ਫੁੰਮਣ ਨਾਲ ਉਸ ਕੀੜੇ ਨੂੰ ਪਾਸੇ ਕਰਨਾ ਹੈ ਤੇ ਫਿਰ ਅੱਗੇ ਤੁਰਨਾ ਹੈ। ਤੇ ਜੇ ਪਹਿਲੇ ਬੰਦੇ ਦੇ ਪੈਰ ਥੱਲੇ ਕੀੜਾ ਆ ਗਿਆ ਤੇ ਉਹ ਮੰਨ ਲਓ ਕੀੜਾ ਬਚ ਗਿਆ ਤੇ ਦੂਜੇ ਦੇ ਪੈਰ ਥੱਲੇ ਆਣ ਕੇ ਮਰਿਆ ਤੇ ਉਹਦਾ ਗੁਨਾਹ ਪਹਿਲੇ ਦਾ ਹੋਏਗਾ, ਕਿਉਂਕਿ ਉਹਨੇ ਕੀੜੇ ਉੱਤੇ ਪੈਰ ਧਰਿਆ ਸੀ। ਪਿਛਲੇ ਸਾਰੇ ਉਹਦੇ ਪੈਰਾਂ ਉੱਤੇ ਪੈਰ ਧਰਦੇ ਨੇ, ਜਿੱਥੇ ਪਹਿਲੇ ਨੇ ਪੈਰ ਧਰਿਆ ਉਹਦੇ ਪੈਰ ਤੇ ਪੈਰ ਰੱਖਣਾ ਹੈ। ਜੇ ਕੀੜਾ ਮਰ ਗਿਆ ਤੇ ਪਹਿਲੇ ਦਾ ਗੁਨਾਹ ਮੰਨਿਆ ਜਾਏਗਾ, ਇਸ ਲਈ ਉਹਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਐਵੇਂ ਤੁਰਦੇ ਨੇ ਲਾਈਨ ਵਿੱਚ, ਲੱਕੀ ਕਾਸ਼ੇ ਹੱਥੀ ਫੁੰਮਣ ਅੱਗੋਂ ਪਿੱਛੇ ਜਾਹੀ। ਲੱਕਾਂ ਦੇ ਨਾਲ ਇਹਨਾਂ ਪਿਆਲੇ ਬੰਨੇ ਹੋਏ ਨੇ, ਹੱਥਾਂ ਵਿੱਚ ਨਾ ਫੁੰਮਣ ਫੜੇ ਹੋਏ ਨੇ ਤੇ ਇੱਕ ਕਤਾਰ ਦੇ ਅੰਦਰ ਤੁਰੇ ਜਾ ਰਹੇ ਨੇ। ਨਾ ਉਹ ਜੋਗੀ, ਨਾ ਉਹ ਜੰਗਮ, ਨਾ ਉਹ ਕਾਜੀ ਮੁੱਲਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਨਾ ਤੇ ਇਹ ਜੋਗੀਆਂ ਵਾਲੀ ਹੀ ਰੋਰੀਤ ਕਰਦੇ ਨੇ ਕਿ ਚਲੋ ਧਿਆਨ ਜੋੜਦੇ ਹੋਣ ਜਾਂ ਯੋਗੀਆਂ ਵਾਲਾ ਕੋਈ ਕੰਮ ਕਰਦੇ ਹੋਣ, ਨਾ ਉਹ ਜੰਗਮ। ਜੰਗਮ ਦਾ ਮਤਲਬ ਹੈ ਸ਼ਿਵ ਜੀ ਦੇ ਜਿਹੜੇ ਉਪਾਸ਼ਕ ਨੇ, ਇੱਕ ਤੁਰਨ ਫਿਰਨ ਵਾਲਾ ਫਿਰਕਾ ਹੈ, ਜਿਹੜੇ ਉਹ ਹਮੇਸ਼ਾ ਤੁਰੇ ਹੀ ਰਹਿੰਦੇ ਨੇ, ਜੋ ਟੱਲੀ ਖੜਕਾ ਕੇ ਮੰਗਦੇ ਫਿਰਦੇ ਨੇ। ਘਰਾਂ ਦੇ ਵਿੱਚ ਵੀ ਵੇਖਿਆ ਹੋਵੇਗਾ ਤੁਸੀਂ, ਕਈ ਵਾਰੀ ਉਹ ਟੱਲੀ ਖੜਕਾ ਕੇ ਤੇ ਮੰਗਦੇ ਨੇ, ਉਹ ਜੰਗਮ ਨੇ। ਨਾ ਇਹਨਾਂ ਦੀ ਜੋਗੀਆਂ ਵਾਲੀ ਰੋਰੀ ਤੇ ਗੁਰੂ ਜੀ ਕਹਿੰਦੇ ਨੇ, ਨਾ ਜੰਗਮਾਂ ਵਾਲੀ, ਨਾ ਉਹ ਕਾਜੀ ਮੁੱਲਾ ਤੇ ਨਾ ਕਾਜ਼ੀਆਂ ਔਰ ਮੁਲਾਲਿਆਂ ਵਾਲੀ। ਯਾਨੀ ਇਹਨਾਂ ਦੇ ਵਿੱਚੋਂ ਇਹਨਾਂ ਦੀ ਕੋਈ ਵੀ ਰੀਤ ਨਹੀਂ ਹੈ। ਦਈ ਵਿਗੋਏ ਫਿਰਹਿ ਵਿਗੁੱਤੇ ਫਿੱਟਾ ਵੱਤੈ ਗੱਲਾ। ਇਹ ਫਿੱਟਾ ਔਰ ਗੱਲਾ ਇਹਨਾਂ ਤੇ ਬਿੰਦੀ ਨਹੀਂ ਲਗਾਣੀ, ਫਿੱਟਾਂ ਗੱਲਾਂ ਨਹੀਂ ਪੜਨਾ। ਗੱਲਾ, ਗੱਲਾ ਦਾ ਮਤਲਬ ਹੁੰਦਾ ਟੋਲਾ। ਦਈ ਵਿਗੋਏ, ਦਈ ਦਾ ਮਤਲਬ ਪ੍ਰਭੂ ਨੇ, ਵਿਗੋਏ ਦਾ ਮਤਲਬ ਖੁੰਝੇ ਹੋਏ ਰੱਬ ਵੱਲੋਂ। ਦਈ ਵਿਗੋਏ ਰੱਬ ਵੱਲੋਂ ਖੁੰਝੇ ਹੋਏ। ਫਿਰੈ ਵਿਗੁੱਤੇ, ਵਿਗੁੱਤੇ ਦਾ ਮਤਲਬ ਖੁਆਰ ਹੋਏ, ਖੁਆਰ ਹੋਏ ਫਿਰਦੇ ਨੇ। ਫਿੱਟਾ ਦਾ ਮਤਲਬ ਫਿਟਕਾਰਿਆ ਹੋਇਆ, ਊਤਿਆ ਹੋਇਆ। ਜਿਵੇਂ ਕਹਿੰਦੇ ਨਾ ਫਲਾਣਾ ਤੇ ਉਹ ਆਵਾ ਹੀ ਊਤ ਗਿਆ, ਊਤਿਆ ਹੋਇਆ। ਤੇ ਗੱਲਾ ਦਾ ਮਤਲਬ ਸਾਰਾ ਟੋਲਾ। ਰੱਬ ਵੱਲੋਂ ਵੀ ਖੁੰਝੇ ਹੋਏ ਭਟਕਦੇ ਨੇ, ਪ੍ਰਭੂ ਦੀ ਬੰਦਗੀ ਵਿੱਚ ਵੀ ਇਹਨਾਂ ਦਾ ਕੋਈ ਵਿਸ਼ਵਾਸ ਨਹੀਂ। ਇਹ ਸਾਰਾ ਆਵਾ ਹੀ ਊਤਿਆ ਹੋਇਆ। ਗੁਰੂ ਜੀ ਕਹਿੰਦੇ ਨੇ ਜਿਵੇਂ ਗੱਲਾ ਜਿਹੜਾ ਪਸ਼ੂਆਂ ਦਾ ਵੱਗ ਨਹੀਂ ਫਿਰਦਾ, ਐਵੇਂ ਇਹਨਾਂ ਦਾ ਪੂਰੇ ਦਾ ਪੂਰਾ ਵੱਗ ਅਸਲ ਜੀਵਨ ਦੇ ਮਾਰਗ ਤੋਂ ਖੁੰਝਿਆ ਹੋਇਆ ਫਿਰ ਰਿਹਾ ਹੈ। ਕਿਉਂਕਿ ਇਹਨਾਂ ਦੇ ਜੀਵਨ ਦੇ ਅੰਦਰ ਕੁਝ ਵੀ ਐਸਾ ਨਹੀਂ ਜਿਹਦੇ ਨਾਲ ਕੋਈ ਸਮਾਜ ਦਾ ਭਲਾ ਹੋ ਸਕੇ, ਜਿਹਦੇ ਨਾਲ ਆਪਣਾ ਭਲਾ ਹੋ ਸਕੇ, ਜਿਸ ਕਰਮ ਦੇ ਨਾਲ ਆਤਮ ਵਿਕਾਸ ਹੋ ਸਕੇ, ਖੁਸ਼ੀ ਆ ਸਕੇ, ਖੇੜਾ ਆ ਸਕੇ। ਖੁਸ਼ੀਆਂ ਖੇੜੇ ਤੇ ਇਹਨਾਂ ਦੇ ਮਨ ਨੂੰ ਮੁੱਕ ਹੀ ਗਏ ਨੇ। ਗੁਰੂ ਜੀ ਕਹਿੰਦੇ ਨੇ ਇੰਜ ਬੈਠੇ ਨੇ ਜਿਵੇਂ ਮਰਨੇ ਤੇ ਆਏ ਹੋਣ। ਇਸ ਤਰ੍ਹਾਂ ਇਹਨਾਂ ਦੀ ਸਾਰੀ ਦੀ ਸਾਰੀ ਜ਼ਿੰਦਗੀ ਹੈ। ਹੁਣ ਗੁਰੂ ਪਾਤਸ਼ਾਹ ਜੀ ਇਹਨਾਂ ਦੇ ਜਿਹੜਾ ਨਾ ਜੀਵ ਹਿੰਸਾ ਉਹਦੀ ਗੱਲ ਕਰਦੇ ਨੇ। ਅਹਿੰਸਾ ਪਰਮੋ ਧਰਮ ਹੈ, ਇਹਨਾਂ ਦਾ ਅਹਿੰਸਾ ਹੀ ਧਰਮ ਹੈ ਕਿ ਅਹਿੰਸਾ ਹੀ ਪਰਮ ਧਰਮ ਹੈ, ਜੀਵਾਂ ਦੀ ਹਿੰਸਾ ਨਾ ਕਰਨੀ। ਪਰ ਜਦੋਂ ਇਹ ਅਹਿੰਸਾ ਦੀ ਵਿਚਾਰ ਵਹਿਮ ਤੱਕ ਪਹੁੰਚ ਜਾਏ ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਹਿੰਸਾ ਕਰਨੀ ਕੋਈ ਵੀ ਧਰਮ ਨਹੀਂ ਸਿਖਾਉਂਦਾ, ਜੀਵਾਂ ਦੇ ਉੱਤੇ ਅਤਿਆਚਾਰ ਕੋਈ ਵੀ ਨਹੀਂ ਸਿਖਾਉਂਦਾ। ਲੇਕਿਨ ਜਦੋਂ ਇਹ ਚੀਜ਼ ਅਹਿੰਸਾ ਵਾਲੀ ਜਾਂ ਹਿੰਸਾ ਵਾਲੀ ਵਹਿਮ ਤੱਕ ਚਲੀ ਜਾਏ ਨਾ ਉਦੋਂ ਪ੍ਰੋਬਲਮ ਹੁੰਦੀ ਹੈ। ਇਹ ਜੈਨੀਆਂ ਦੀ ਜਿਹੜੀ ਇਹ ਅਹਿੰਸਾ ਹੈ ਹੌਲੇ ਹੌਲੇ ਵਹਿਮ ਤੱਕ ਚਲੀ ਗਈ ਕਿ ਪਾਣੀ ਵਿੱਚ ਵੀ ਕੀੜਾ ਨਾ ਮਰ ਜਾਏ, ਸਿਰ ਵਿੱਚ ਵੀ ਜੀ ਕੀੜਾ ਨਾ ਮਰ ਜਾਏ, ਪਖਾਨੇ ਵਿੱਚ ਵੀ ਕੀੜਾ ਨਾ ਮਰ ਜਾਏ, ਪੈਰਾਂ ਥੱਲੇ ਨਾ ਆ ਜਾਏ, ਸਾਹ ਦੇ ਵਿੱਚ ਕੀੜਾ ਨਾ ਚਲਾ ਜਾਏ, ਨੱਕ ਦੇ ਉੱਤੇ ਬੰਨੇ ਨੇ, ਜਿਵੇਂ ਅੱਜ ਕੱਲ੍ਹ ਅਸੀਂ ਵੀ ਮਾਸਕ ਲਾਈ ਫਿਰਦੇ ਹਾਂ, ਬੰਨੇ ਨੇ ਉਹਨਾਂ ਨੇ ਪਹਿਲੋਂ ਤੋਂ ਬੰਨੇ। ਹੁਣ ਗੁਰੂ ਜੀ ਕਹਿੰਦੇ ਨੇ ਭਲਿਓ ਇਹ ਤੁਹਾਡਾ ਵਹਿਮ ਹੈ, ਜੀਆਂ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ। ਇਹ ਵਿਚਾਰੇ ਇਹ ਨਹੀਂ ਸਮਝਦੇ ਕਿ ਜੀਆਂ ਨੂੰ ਮਾਰਨ ਜਿਵਾਲਣ ਵਾਲਾ ਪ੍ਰਭੂ ਆਪ ਹੈ। ਉਹਦੇ ਤੋਂ ਬਿਨਾਂ ਨਾ ਕੋਈ ਮਾਰ ਸਕਦਾ ਨਾ ਜਿਵਾਲ ਸਕਦਾ।
ਇਹ ਨਹੀਂ ਕਿ ਰੱਬ ਉੱਤੇ ਬੈਠਾ ਹੋਇਆ ਕੋਈ, ਉਹ ਤੁਸੀਂ ਸਮਝਦੇ ਹੋ ਸਾਰੇ। ਰੱਬੀ ਹੁਕਮ ਦੇ ਅੰਦਰ ਹੈ ਜਨਮ ਵੀ ਔਰ ਮੌਤ ਵੀ। ਜਨਮ ਔਰ ਮੌਤ ਰੱਬੀ ਹੁਕਮ ਦੇ ਵਿੱਚ ਹੈ। ਜੇ ਹੁਣ ਇਸ ਵਹਿਮ ਨੂੰ ਲੈ ਕੇ ਚੱਲੋਗੇ ਤਾਂ ਫਿਰ ਤਾਂ ਰੋਟੀ ਵੀ ਨਹੀਂ ਬਣਾ ਸਕਦੇ, ਕਿਉਂਕਿ ਜੇਤੇ ਦਾਣੇ ਅੰਨ ਕੇ ਜਿੰਗਾ ਬਾਜ ਨਾ ਹੋ। ਜਿੰਨੇ ਅੰਨ ਦੇ ਦਾਣੇ ਨੇ ਉਹਨਾਂ ਸਾਰਿਆਂ ਦੇ ਵਿੱਚ ਜੀਵ ਹੈ, ਉਹ ਸਾਰਿਆਂ ਦੇ ਵਿੱਚ ਜੀਵ ਹੈ। ਅੰਡਜ ਜੇਰਜ ਸੇਤਜ ਉਤਪੁਜ ਤੇਰੇ ਕੀਤੇ ਜਨਤਾ, ਇਹ ਸਾਰੇ ਤੇਰੇ ਕੀਤੇ ਹੋਏ ਜੀਵ ਨੇ। ਅੰਡਜ ਆਂਡੇ ਤੋਂ ਪੈਦਾ ਹੋਣ ਵਾਲੇ ਪੰਛੀ ਆਦਿ, ਜੇਰਜ ਮਨੁੱਖ ਮਾਤਰ ਔਰ ਪਸ਼ੂ, ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੀਆਂ ਜੂਆਂ ਵਗੈਰਾ, ਉਤਪੁਜ ਧਰਤੀ ਚੋਂ ਪੈਦਾ ਹੋਣ ਵਾਲੇ, ਇਹ ਸਾਰੇ ਜੀਵ ਜੰਤ ਨੇ। ਇਹਨਾਂ ਸਾਰਿਆਂ ਵਿੱਚ ਜਾਨ ਹੈ, ਚਾਹੇ ਉਹ ਗਾਜਰਾਂ ਨੇ ਜਾਂ ਉਹ ਮੂਲੀਆਂ ਨੇ, ਚਾਹੇ ਉਹ ਕਣਕ ਹੈ, ਚਾਹੇ ਉਹ ਜੌਂ ਹੈ, ਚਾਹੇ ਉਹ ਪਸ਼ੂ ਪੰਛੀ ਨੇ, ਚਾਹੇ ਬੰਦਾ ਹੈ, ਸਾਰਿਆਂ ਦੇ ਵਿੱਚ ਜੀਵ ਹੈ। ਇਹਦੀਆਂ 4 ਕੈਟੇਗਰੀਜ਼ ਨੇ ਜੀਵ ਦੀਆਂ, ਜੋ ਬਾਣੀ ਵਿੱਚ ਦੱਸੀਆਂ ਨੇ ਸਾਨੂੰ। ਅੰਡਜ ਜੇਰਜ ਸੇਤਜ ਉਤਪੁਜ, ਜੀਵਾਂ ਦੀਆਂ 4 ਕੈਟੇਗਰੀਜ਼ ਨੇ। ਹੁਣ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੂਲੀ ਜਿਹੜੀ ਹੈ ਇਹਨੂੰ ਪੁੱਟਣ ਦੇ ਨਾਲ ਜੀਵ ਹੱਤਿਆ ਨਹੀਂ ਹੁੰਦੀ। ਜੀਵ ਹੱਤਿਆ ਤੇ ਮੂਲੀ ਨਾਲ ਵੀ ਹੋਏਗੀ, ਕਿਉਂਕਿ ਮਰੇਗੀ ਨਾ ਉਹ ਵੀ। ਕਣਕ ਪੀਣ ਦੇ ਨਾਲ ਵੀ ਜੀਵ ਹੱਤਿਆ ਤੇ ਹੋਏਗੀ, ਕਿਉਂਕਿ ਜਾਨ ਤੇ ਉਹਦੇ ਵਿੱਚ ਵੀ ਹੈ। ਤੇ ਫਿਰ ਪਹਿਲਾ ਪਾਣੀ ਜੀਵ ਹੈ। ਪਾਣੀ ਸਾਰਿਆਂ ਤੋਂ ਪਹਿਲਾ ਜੀਵ ਹੀ ਪਾਣੀ ਹੈ। ਗੁਰੂ ਜੀ ਦੇ ਨਾਲ ਜਦੋਂ ਮਾਸ ਬਾਰੇ ਚਰਚਾ ਹੋਈ ਸੀ ਨਾ ਬ੍ਰਾਹਮਣ ਦੀ, ਤਾਂ ਗੁਰੂ ਜੀ ਨੇ ਸਭ ਤੋਂ ਪਹਿਲਾ ਬਚਨ ਹੀ ਇਹ ਕੀਤਾ ਹੈ, ਕਹਿਣ ਲੱਗੇ ਕਿ ਪੰਡਤਾ ਤੈਨੂੰ ਪਤਾ ਹੀ ਨਹੀਂ ਕਿ ਮਾਸ ਪੈਦਾ ਕਿੱਥੋਂ ਹੁੰਦਾ ਹੈ। ਪਾਂਡੇ ਤੂੰ ਜਾਣੇ ਹੀ ਨਾਹੀਂ ਕਿੱਥੋਂ ਮਾਸ ਉਪੰਨਾ, ਤੋਇਓ ਅੰਨ ਕਮਾਦ ਕਪਾਹਾਂ ਤੋਇਓ ਤ੍ਰਿਪਵਨ ਗੰਨਾ। ਤੋਇਓ ਦਾ ਮਤਲਬ ਪਾਣੀ, ਪਾਣੀ ਤੋਂ ਅੰਨ ਪੈਦਾ ਹੁੰਦਾ ਹੈ, ਪਾਣੀ ਤੋਂ ਕਪਾਹ ਪੈਦਾ ਹੁੰਦਾ ਹੈ, ਪਾਣੀ ਤੋਂ ਗੰਨਾ ਪੈਦਾ ਹੁੰਦਾ ਹੈ, ਪਾਣੀ ਤੋਂ ਘਾਸ ਫੂਸ ਪੈਦਾ ਹੁੰਦਾ ਹੈ। ਜੇ ਪਾਣੀ ਨਾ ਹੋਵੇ ਤੇ ਕੋਈ ਵੀ ਚੀਜ਼ ਪੈਦਾ ਨਹੀਂ ਹੋਏਗੀ, ਤੇ ਪਾਣੀ ਨਾਲ ਹੀ ਮਨੁੱਖ ਜੀ ਰਿਹਾ। ਇਹਦਾ ਮਤਲਬ ਜਿਹੜਾ ਮਾਸ ਦਾ ਮੂਲ ਹੈ ਉਹ ਪਾਣੀ ਹੋਇਆ ਨਾ। ਇਟ ਮੀਨਸ ਜਿੰਨੇ ਪਾਣੀ ਪੀ ਲਿਆ ਉਹਨੇ ਮਾਸ ਹੀ ਖਾ ਲਿਆ ਨਾ, ਕਿਉਂਕਿ ਮੂਲ ਹੈ ਨਾ ਪਾਣੀ ਦਾ। ਹਰ ਜੀਵ ਦਾ, ਹਰ ਜੀਵਨ ਦਾ ਮੂਲ ਹੈ। ਤਾਂ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਇੱਥੇ ਇਹਨਾਂ ਵਹਿਮ ਤੋਂ ਉੱਠਣ ਦੀ ਜ਼ਰੂਰਤ ਹੈ। ਜੀਆਂ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ, ਕਿ ਜੀਵ ਜੰਤ ਦੀ ਜੋ ਜਨਮ ਔਰ ਮੌਤ ਹੈ ਪ੍ਰਭੂ ਦੇ ਹੱਥ ਵਿੱਚ ਹੈ। ਨਾ ਕੋਈ ਮਾਰ ਸਕਦਾ, ਨਾ ਜਿਵਾਲ ਸਕਦਾ। ਭਾਵ ਕਿ ਹੁਕਮ ਦੇ ਅੰਦਰ ਹੈ, ਸਿਸਟਮ ਦੇ ਅੰਦਰ ਹੀ ਜੀਵਨ ਔਰ ਮੌਤ ਹੈ। ਦਾਨੋਂ ਤੈ ਇਸਨਾਨੋਂ ਵੰਝੇ, ਭਸ ਪਈ ਸਿਰ ਖੁੱਥੇ। ਵੰਝੇ ਦਾ ਮਤਲਬ ਰਹਿ ਗਏ, ਖਾਲੀ ਰਹਿ ਗਏ। ਭਸ ਦਾ ਮਤਲਬ ਹੈ ਸਵਾ। ਸਿਰ ਖੁੱਥੇ ਦਾ ਮਤਲਬ ਸਿਰ ਖੁੱਥੇ ਹੋਏ, ਜਿਨ੍ਹਾਂ ਨੇ ਸਿਰ ਦੇ ਵਾਲ ਪਟਾਏ ਹੋਏ ਨੇ, ਸਰੇਵੜੇ। ਜੀਵ ਅਹਿੰਸਾ, ਜੀਵ ਹਿੰਸਾ ਦੇ ਵਹਿਮ ਵਿੱਚ ਪੈ ਕੇ ਇਹਨਾਂ ਨੇ ਕਿਰਤ ਕਰਨੀ ਛੱਡ ਦਿੱਤੀ ਤੇ ਦਾਨ ਔਰ ਇਸ਼ਨਾਨ ਦੋਵਾਂ ਤੋਂ ਵਾਂਝੇ ਰਹਿ ਗਏ। ਨਾ ਤੇ ਹੁਣੇ ਵੰਡ ਕੇ ਛਕ ਸਕਦੇ ਨੇ ਕਿ ਕਿਸੇ ਨੂੰ ਕੀ ਦੇਣ, ਜੇ ਆਪਣੇ ਪੱਲੇ ਹੋਏ ਤਾਂ ਨਾ ਰੋਟੀ ਤੇ ਆਪ ਮੰਗ ਕੇ ਖਾ ਰਹੇ ਨੇ, ਨਾ ਇਸ਼ਨਾਨ ਕਰਕੇ ਆਪਣੇ ਤਨ ਨੂੰ ਹੀ ਸਾਫ਼ ਸੁਥਰਾ ਰੱਖ ਪਾ ਰਹੇ ਨੇ। ਜੀਵ ਹਿੰਸਾ ਦੇ ਵਹਿਮ ਵਿੱਚ ਕਿਰਤਕਾਰ ਛੱਡ ਕੇ ਕਿ ਜੀਵ ਜੰਤ ਨਾ ਮਰ ਜਾਣ ਕਿਰਤ ਕੀਤਿਆਂ, ਗੁਰੂ ਜੀ ਕਹਿੰਦੇ ਨੇ ਇਹ ਵੰਡ ਕੇ ਛਕਣ ਤੋਂ, ਦਾਨ ਤੋਂ ਔਰ ਇਸ਼ਨਾਨ ਤੋਂ ਵੀ ਵਾਂਝੇ ਰਹਿ ਗਏ। ਭਸ ਪਈ ਸਿਰ ਖੁੱਥੇ, ਸਵਾ ਪਈ ਅਜੇ ਹੈ ਖੁੱਥੇ ਹੋਏ ਸਿਰ ਉੱਤੇ, ਯਾਨੀ ਸਿਰ ਦੇ ਵਿੱਚ ਸਵਾ ਪਾਈ ਫਿਰਦੇ ਨੇ। ਅਸੀਂ ਆਮ ਕਹਿ ਦਿੰਦੇ ਹਾਂ ਕਿ ਫਲਾਂ ਕੰਮ ਤੇ ਅਸੀਂ ਕਹਿੰਦੇ ਹਾਂ ਸਵਾਹ ਪਾ ਉਹਦੇ ਤੇ, ਮਿੱਟੀ ਪਾ। ਮਿੱਟੀ ਪਾ ਦਾ ਮਤਲਬ ਉਸ ਚੀਜ਼ ਨੂੰ ਖਤਮ ਕਰ, ਵੀ ਉਹਦੀ ਕੋਈ ਵੈਲਿਊ ਨਹੀਂ, ਛੱਡ ਪਰੇ ਉਹਨੂੰ ਪਰੇ। ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਕੰਮ ਦੇ ਉੱਤੇ ਸਵਾਹ ਪੈ ਸਿਰ ਦੇ ਵਿੱਚ, ਛੱਡੋ ਪਰੇ ਇਸ ਚੀਜ਼ ਨੂੰ, ਇਹ ਕੋਈ ਠੀਕ ਨਹੀਂ ਹੈ, ਇਹਦੀ ਕੋਈ ਵੈਲਿਊ ਨਹੀਂ ਹੈ। ਹੁਣ ਪਾਣੀ ਤੋਂ ਇਹ ਸੰਗਦੇ ਨੇ, ਤਾਂ ਗੁਰੂ ਜੀ ਦੱਸ ਰਹੇ ਨੇ ਕਿ ਪਾਣੀ ਦੀ ਮਹਾਨਤਾ ਸਾਰਿਆਂ ਧਰਮਾਂ ਦੇ ਵਿੱਚ ਹੀ, ਮਜ਼ਹਬਾਂ ਦੇ ਵਿੱਚ ਕੁਝ ਮਿਥਿਹਾਸਕ ਵਾਰਤਾਵਾਂ ਜੁੜੀਆਂ ਹੋਈਆਂ ਨੇ ਪਾਣੀ ਦੇ ਨਾਲ, ਤੇ ਗੁਰੂ ਜੀ ਨੇ ਉਹ ਮਿਥਿਹਾਸਕ ਵਾਰਤਾਵਾਂ ਵੀ ਉਵੇਂ ਦੀਆਂ ਉਵੇਂ ਹੀ ਲੈ ਲਈਆਂ ਨੇ ਕਿ ਪਾਣੀ ਦੀ ਮਹਾਨਤਾ ਨੂੰ ਕਿਵੇਂ ਉਹਨਾਂ ਮਿਥਿਹਾਸਕ ਵਾਰਤਾਵਾਂ ਦੇ ਵਿੱਚ ਵੀ ਮੰਨਿਆ ਗਿਆ ਹੈ। ਪਾਣੀ ਵਿੱਚੋਂ ਰਤਨ ਉਪੰਨੇ, ਮੇਰ ਕੀਆ ਮਾਧਾਣੀ। ਮੇਰ ਦਾ ਮਤਲਬ ਸੁਮੇਰ ਪਰਬਤ। ਇੱਥੇ ਇੱਕ ਮਿਥਿਹਾਸਕ ਵਾਰਤਾ ਨੂੰ ਲੈ ਰਹੇ ਨੇ ਕਿ ਜਦੋਂ ਦੇਵਤਿਆਂ ਔਰ ਦੈਂਤਾਂ ਨੇ ਸੁਮੇਰ ਪਰਬਤ ਨੂੰ ਮਧਾਣੀ ਬਣਾ ਕੇ ਸਮੁੰਦਰ ਨੂੰ ਰਿੜਕਿਆ, ਤਾਂ ਪਾਣੀ ਵਿੱਚੋਂ ਰਤਨ ਉਪੰਨੇ 14 ਰਤਨ ਪੈਦਾ ਹੋਏ। ਯਾਨੀ ਉਹ ਮਿਥਿਹਾਸਕ ਵਾਰਤਾ ਦੱਸਦੇ ਨੇ ਕਿ ਪਾਣੀ ਦੀ ਮਹਾਨਤਾ ਇਹਦੇ ਚੋਂ ਮੰਨਿਆ ਜਾਂਦਾ ਹੈ ਕਿ 14 ਰਤਨ ਨਿਕਲੇ ਨੇ, ਤੇ ਇਹਨਾਂ ਨੂੰ ਤੁਸੀਂ ਮਾੜਾ ਕਹਿ ਰਹੇ ਹੋ।
ਪਾਣੀ ਨੂੰ ਮਾੜਾ ਸਮਝਦੇ ਹੋ, ਨਹਾਉਂਦੇ ਨਹੀਂ। 68 ਤੀਰਥ ਦੇਵੀ ਥਾਪੇ, ਪੁਰਬੀ ਲੱਗੇ ਬਾਣੀ। ਇੱਥੇ ਪੁਰਬੀ ਨਹੀਂ ਪੜਨਾ, ਪੁਰਬੀ ਪੜਨਾ ਹੈ। ਤੇ ਦੇਵੀ ਨਹੀਂ ਪੜਨਾ, ਦੇਵੀ ਬਿੰਦੀ ਲਗਾ ਕੇ। ਜੇ ਪੜਾਂਗੇ ਨਾ ਦੇਵੀ, ਤੇ ਕੱਲੀ ਦੇਵੀ ਵਾਸਤੇ ਹੋ ਜਾਏਗਾ ਇਹ ਸ਼ਬਦ। ਇੱਥੇ ਹੈ ਦੇਵੀ। ਦੇਵੀ ਦਾ ਮਤਲਬ ਦੇਵਤਿਆਂ ਨੇ, ਬਹੁਵਚਨੀ ਸ਼ਬਦ ਹੈ। 68 ਤੀਰਥ ਦੇਵੀ ਥਾਪੇ, ਪਾਣੀ ਦੀ ਬਰਕਤ ਨਾਲ ਹੀ ਦੇਵਤਿਆਂ ਲਈ 68 ਤੀਰਥ ਬਣਾਏ ਗਏ। ਪੁਰਬੀ ਲੱਗੇ ਬਾਣੀ, ਪੁਰਬੀ ਲੱਗੇ ਦਾ ਮਤਲਬ ਧਾਰਮਿਕ ਮੇਲੇ, ਬਾਣੀ ਦਾ ਮਤਲਬ ਉੱਥੇ ਵਾਰਤਾ ਹੁੰਦੀ ਹੈ, ਕਥਾ ਵਾਰਤਾ। ਤੀਰਥਾਂ ਦੇ ਉੱਤੇ ਮੇਲੇ ਲੱਗਦੇ ਨੇ, ਔਰ ਫਿਰ ਉੱਥੇ ਧਾਰਮਿਕ ਚਰਚਾ ਹੁੰਦੀ ਹੈ, ਕਥਾ ਵਾਰਤਾ ਹੁੰਦੀ ਹੈ। ਇਹ ਸਾਰਾ ਪਾਣੀ ਕਰਕੇ ਹੈ। ਜੇ ਪਾਣੀ ਨਾ ਹੁੰਦਾ ਤਾਂ ਨਹੀਂ ਸੀ ਨਾ ਹੋਣਾ। ਇਸ ਲਈ ਗੁਰੂ ਜੀ ਪਾਣੀ ਦੀ ਮਹਾਨਤਾ ਦੱਸ ਰਹੇ ਨੇ, ਇਸ਼ਨਾਨ ਦੀ ਮਹਾਨਤਾ ਦੱਸ ਰਹੇ ਨੇ, ਔਰ ਜੈਨੀ ਜਿਹੜੇ ਅਪਵਿੱਤਰ ਰਹਿਣੇ ਨੇ ਉਹਨਾਂ ਦੇ ਉੱਤੇ ਬਿਆਨ ਕਰ ਰਹੇ ਨੇ। ਨਹਾਏ ਨਿਵਾਜਾਂ, ਨਾਤੈ ਪੂਜਾ, ਨਾਵਨ ਸਦਾ ਸੁਜਾਣੀ। ਇਹਨੂੰ ਨਾਏ ਨਹੀਂ ਪੜਨਾ। ਜੇ ਨਾਏ ਪੜਾਂਗੇ ਤਾਂ ਅਰਥ ਹੋ ਜਾਏਗਾ ਨਾਮ ਜਾਂ ਨਿਆਂ, ਲੇਕਿਨ ਇੱਥੇ ਨਹਾਉਣ ਦੇ ਨਾਲ ਸੰਬੰਧ ਹੈ ਇਹਦਾ। ਨਹਾਏ ਨਿਵਾਜਾਂ, ਨਹਾਏ ਦਾ ਮਤਲਬ ਨਹਾ ਕੇ। ਨਾਤੈ ਪੂਜਾ, ਇਹਨੂੰ ਨਾਤੈ ਨਹੀਂ ਪੜਨਾ। ਨਾਤੈ ਪੜਾਂਗੇ ਤੇ ਇਹਦਾ ਅਰਥ ਹੋ ਜਾਏਗਾ ਰਿਸ਼ਤਾ, ਨਾਤਾ। ਇੱਥੇ ਹੈ ਨਾਤਾ, ਨਾਤੈ ਪੂਜਾ। ਅੱਗੇ ਨਾਵਨ ਨਹੀਂ ਪੜਨਾ, ਨੰਨੇ ਥੱਲੇ ਅੱਧਾ ਹਾਹਾ ਲਾਣਾ। ਨਾਵਨ, ਨਹਾਉਣ ਦੀ ਗੱਲ ਹੋ ਰਹੀ ਹੈ। ਸੁਜਾਣੀ ਦਾ ਮਤਲਬ ਜਿਹੜੇ ਗਿਆਨਵਾਨ ਸਿਆਣੇ ਬੰਦੇ ਨੇ। ਗੁਰੂ ਜੀ ਕਹਿੰਦੇ ਨੇ ਦੇਖੋ, ਨਹਾਏ ਨਿਵਾਜਾਂ, ਨਹਾ ਕੇ ਹੀ ਨਮਾਜ਼ ਪੜ੍ਹੀ ਦੀ ਹੈ। ਮੁਸਲਮਾਨ ਜਿਹੜੇ ਲੋਕ ਨੇ ਉਜੂ ਕਰਦੇ ਨੇ, ਨਹਾਉਂਦੇ ਨੇ, ਪਾਣੀ ਨਾਲ ਪਹਿਲਾਂ ਪਵਿੱਤਰ ਹੁੰਦੇ ਨੇ। ਨਾਤੈ ਪੂਜਾ, ਜਿਹੜੇ ਹਿੰਦੂ ਵੀਰ ਨੇ ਉਹ ਇਸ਼ਨਾਨ ਆਦਿ ਕਰਕੇ ਪੂਜਾ ਪਾਠ ਕਰਦੇ ਨੇ ਪਵਿੱਤਰ ਹੋ ਕੇ। ਨਾਮਨ ਸਦਾ ਸੁਜਾਣੀ, ਤੇ ਜਿਹੜੇ ਸੁਚੱਜੇ ਬੰਦੇ ਨੇ ਉਹ ਵੀ ਇਸ਼ਨਾਨ ਕਰਦੇ ਨੇ। ਜੋ ਪਾਠ ਪੂਜਾ ਨਾ ਵੀ ਕਰਨ ਤਾਂ ਵੀ ਜਿਹੜੇ ਸਿਆਣੇ ਬੰਦੇ ਨੇ ਉਹ ਇਸ਼ਨਾਨ ਕਰਦੇ ਨੇ। ਦਿਨ ਵਿੱਚ ਇੱਕ ਵਾਰੀ ਤੇ ਨਹਾ ਹੀ ਲੈਂਦੇ ਨੇ, ਕਿਉਂਕਿ ਸਰੀਰ ਸਾਫ਼ ਸੁਥਰਾ ਰਹਿੰਦਾ ਹੈ, ਸਰੀਰ ਬਿਮਾਰ ਨਹੀਂ ਹੁੰਦਾ। ਸਿਆਣੇ ਬੰਦੇ ਇਸ਼ਨਾਨ ਕਰਦੇ ਨੇ, ਨਹਾ ਕੇ ਪੂਜਾ ਹੁੰਦੀ ਹੈ, ਨਹਾ ਕੇ ਹੀ ਨਮਾਜ਼ਾਂ ਪੜੀਆਂ ਜਾਂਦੀਆਂ ਨੇ। ਸਿਆਣੇ ਬੰਦੇ ਵੀ ਨਹਾਉਂਦੇ ਨੇ। ਮੁਇਆਂ ਜੀਵਨ ਦਿਆਂ ਗਤ ਹੋਵੇ, ਜਾਂ ਸਿਰ ਪਾਈਏ ਪਾਣੀ। ਸਿਰ ਦਾ ਮਤਲਬ ਸਿਰ ਤੇ। ਮੁਇਆਂ ਜੀਵਨ ਦਿਆਂ, ਮਰਨ ਜੀਵਨ ਪ੍ਰਯੰਤ, ਸਾਰੀ ਉਮਰ, ਜੰਮਣ ਤੋਂ ਲੈ ਕੇ ਮਰਨ ਤੱਕ। ਗਤ ਦਾ ਮਤਲਬ ਸੁਥਰੀ ਹਾਲਤ, ਪਵਿੱਤਰਤਾ, ਸਫਾਈ। ਇੱਥੇ ਗਤ ਦਾ ਮਤਲਬ ਇਹ ਨਹੀਂ ਕਿ ਨਹਾਉਣ ਦੇ ਨਾਲ ਮੁਕਤੀ ਹੋ ਜਾਂਦੀ ਹੈ। ਇੱਥੇ ਗਤ ਦਾ ਮਤਲਬ ਹੈ ਸੁਚਮਤਾ, ਪਵਿੱਤਰਤਾ, ਸਫਾਈ। ਮੁਇਆਂ ਜੀਵਨ ਦਿਆਂ ਦਾ ਮਤਲਬ ਜੀਵਨ ਤੋਂ ਲੈ ਕੇ ਮਰਨ ਤੱਕ, ਸਾਰੀ ਜ਼ਿੰਦਗੀ, ਸਾਰੀ ਉਮਰ ਹੀ ਮਨੁੱਖ ਸਵੱਛ ਹਾਲਤ ਤਾਂ ਹੀ ਰਹਿ ਸਕਦੀ ਹੈ ਜੇ ਇਸ਼ਨਾਨ ਕਰੇ। ਜੇ ਸਿਰ ਪਾਈਏ ਪਾਣੀ ਮਤਲਬ ਜੇ ਸਿਰ ਤੇ ਪਾਣੀ ਪਾਈਏ, ਨਹਾਈਏ। ਜੇ ਬੰਦਾ ਇਸ਼ਨਾਨ ਕਰੇ ਜਨਮ ਤੋਂ ਲੈ ਕੇ ਮਰਨ ਤੱਕ, ਸਾਰੀ ਉਮਰ ਇਸ਼ਨਾਨ ਪਾਨ ਕਰੇ, ਤਾਂ ਹੀ ਪਵਿੱਤਰਤਾ ਰਹਿ ਸਕੇਗੀ ਨਾ। ਮਤਲਬ ਪਵਿੱਤਰਤਾ, ਸਫਾਈ ਰਹਿ ਸਕੇਗੀ। ਜੇ ਕੋਈ ਇਸ਼ਨਾਨ ਆਦਿਕ ਨਹੀਂ ਕਰੇਗਾ ਤਾਂ ਸਰੀਰ ਦੀ ਸਫਾਈ ਨਹੀਂ ਰਹੇਗੀ, ਦੂਜੇ ਬੰਦਿਆਂ ਨੂੰ ਬਦਬੂ ਆਏਗੀ, ਬੈਕਟੀਰੀਆ ਪੈਦਾ ਹੋਏਗਾ, ਬੰਦਾ ਸਰੀਰਕ ਤੌਰ ਤੇ ਰੋਗੀ ਹੋ ਜਾਏਗਾ, ਤੇ ਕੱਲਾ ਆਪ ਨਹੀਂ ਰੋਗੀ ਹੋਏਗਾ, ਦੂਜਿਆਂ ਵਿੱਚ ਵੀ ਰੋਗ ਫੈਲਾਏਗਾ। ਇਸ ਲਈ ਪਾਣੀ ਦੀ ਮਹਾਨਤਾ ਹੈ, ਇਸ਼ਨਾਨ ਆਦਿਕ ਕਰਨਾ ਚਾਹੀਦਾ ਹੈ। ਨਾਨਕ ਸਿਰ ਖੁੱਥੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਇਹਨੂੰ ਗੱਲ ਨਹੀਂ ਪੜਨਾ। ਜੇ ਪੜਾਂਗੇ ਗੱਲ ਤੇ ਇਹਦਾ ਅਰਥ ਹੋ ਜਾਏਗਾ ਗਲਾ। ਇੱਥੇ ਮੀਨਿੰਗ ਹੈ ਗੱਲ। ਤੇ ਸ਼ੈਤਾਨੀ ਨਹੀਂ, ਸੱਸੇ ਦੇ ਪੈਰ ਥੱਲੇ ਬਿੰਦੀ ਲਾਵਾਂਗੇ, ਸ਼ਸ਼ਾ, ਸ਼ੈਤਾਨ। ਨਾਨਕ ਸਿਰ ਖੁੱਥੇ ਸ਼ੈਤਾਨੀ। ਸ਼ੈਤਾਨੀ ਦਾ ਮਤਲਬ ਸ਼ੈਤਾਨ, ਉਲਟੇ ਰਾਹ ਤੇ ਤੁਰਨ ਵਾਲੇ। ਇਹਨਾਂ ਗੱਲ ਨਾ ਪਾਣੀ, ਪਾਣੀ ਦਾ ਮਤਲਬ ਚੰਗੀ ਨਹੀਂ ਲੱਗੀ, ਪਰ ਇਹ ਸਿਰ ਖੁੱਥੇ, ਅਜਿਹੇ ਉਲਟੇ ਰਾਹ ਪਏ ਨੇ, ਅਜਿਹੇ ਸ਼ੈਤਾਨ ਨੇ ਕਿ ਇਹਨਾਂ ਨੂੰ ਇਸ਼ਨਾਨ ਵਾਲੀ ਗੱਲ ਚੰਗੀ ਨਹੀਂ ਲੱਗਦੀ। ਇਹਨਾਂ ਗੱਲ ਨਾ ਪਾਣੀ, ਸਿਰ ਖੁੱਥੇ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸਿਰ ਦੇ ਵਾਲ ਵਗੈਰਾ ਖੁਆਏ ਨੇ, ਸਰੇਬੜੇ ਨੇ, ਐਸੀ ਸ਼ੈਤਾਨੀਅਤ ਹਾਲਾਤ ਹੈ, ਉਲਟੇ ਰਾਹ ਪਏ ਨੇ ਕਿ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਬਾਕੀ ਸਾਰੇ ਹਿੰਦੂ, ਮੁਸਲਮਾਨ, ਹੋਰ ਸਿਆਣੇ ਲੋਕ ਇਸ਼ਨਾਨ ਪਾਨ ਕਰਦੇ ਨੇ, ਪੂਜਾ ਪਾਠ ਕਰਨ ਲੱਗਿਆਂ ਵੀ ਮੇਲੇ ਲੱਗਦੇ ਨੇ,
ਪਾਣੀ ਦੀ ਮਹਾਨਤਾ ਹੈ, ਪਰ ਇਹ ਐਸੇ ਪੁੱਠੇ ਰਾਏ ਪਏ ਨੇ ਕਿ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਹੁਣ ਅੱਗੇ ਹੋਰ ਦੱਸਦੇ ਨੇ ਪਾਣੀ ਦੀ ਮਹਾਨਤਾ। ਉੱਠੇ ਹੋਏ, ਇੱਥੇ ਵਿਸ਼ਰਾਮ ਲਗਾਵਾਂਗੇ। ਹੋਏ ਬਿਲਾਵਲ ਜੀਆਂ ਜੁਗਤ ਸਮਾਣੀ, ਜੀਆ ਨਹੀਂ ਜੀਆਂ। ਉੱਠੇ, ਉੱਠੇ ਦਾ ਮਤਲਬ ਮੀਂਹ ਪੈਣ ਦੇ ਨਾਲ, ਜਦੋਂ ਮੀਂਹ ਪੈਂਦਾ ਹੈ। ਬਿਲਾਵਲ ਦਾ ਮਤਲਬ ਹੈ ਖੁਸ਼ੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਾਣੀ ਦੀਆਂ ਹੋਰ ਬਰਕਤਾਂ ਵੇਖੋ ਕਿ ਮੀਂਹ ਪੈਣ ਦੇ ਨਾਲ ਸਭ ਜੀਵਾਂ ਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ। ਉੱਠੇ ਹੋਏ ਬਿਲਾਵਲ, ਜਦੋਂ ਬਰਸਾਤ ਹੁੰਦੀ ਹੈ ਨਾ, ਤੇ ਬਰਸਾਤ ਪੈਣ ਦੇ ਨਾਲ ਪਸ਼ੂ ਪੰਛੀ ਵੀ ਖੁਸ਼ ਹੁੰਦੇ ਨੇ, ਜੋ ਮਨੁੱਖ ਮਾਤਰ ਨੇ ਉਹ ਵੀ ਖੁਸ਼ ਹੁੰਦੇ ਨੇ। ਬਨਸਪਤੀ ਦੇ ਉੱਤੇ ਨਵੀਂ ਹਰਿਆਵਲ ਆਉਂਦੀ ਹੈ। ਜੀਆਂ ਜੁਗਤ ਸਮਾਣੀ, ਤੇ ਜਿਹੜੀ ਜੀਵਾਂ ਦੀ ਜੁਗਤ ਹੈ ਉਹ ਵੀ ਪਾਣੀ ਵਿੱਚ ਟਿਕੀ ਹੋਈ ਹੈ। ਜੀਆਂ ਜੁਗਤ ਦਾ ਮਤਲਬ ਜੀਵਾਂ ਦੀ ਜੀਵਨ ਦੀ ਜੁਗਤੀ ਪਾਣੀ ਵਿੱਚ ਟਿਕੀ ਹੋਈ ਹੈ। ਜੇ ਪਾਣੀ ਨਹੀਂ ਹੋਏਗਾ ਤੇ ਜੀਵਨ ਵੀ ਨਹੀਂ ਹੋਏਗਾ। ਪਾਣੀ ਤੋਂ ਬਿਨਾਂ ਬੰਦੇ ਦੀ ਮੌਤ ਹੋ ਜਾਏਗੀ। ਇਸ ਲਈ ਅੱਜ ਵੀ ਜਦੋਂ ਸਾਇੰਟਿਸਟ ਕਿਸੇ ਗ੍ਰਹਿ ਦੀ ਖੋਜ ਕਰਦੇ ਨੇ ਨਾ, ਤਾਂ ਸਭ ਤੋਂ ਪਹਿਲਾਂ ਉੱਥੇ ਵੇਖਦੇ ਨੇ ਵੀ ਇੱਥੇ ਪਾਣੀ ਹੈ, ਕਿਉਂਕਿ ਜੇ ਪਾਣੀ ਦੇ ਅੰਸ਼ ਮਿਲਣਗੇ ਤੇ ਉੱਥੇ ਜੀਵਨ ਦੀ ਸੰਭਾਵਨਾ ਹੋਏਗੀ। ਜਿੱਥੇ ਪਾਣੀ ਨਹੀਂ ਉੱਥੇ ਜੀਵਨ ਵੀ ਨਹੀਂ। ਗੁਰੂ ਜੀ ਕਹਿੰਦੇ ਨੇ ਜੀਆਂ ਦੀ ਜੁਗਤ ਹੀ ਪਾਣੀ ਦੇ ਅੰਦਰ ਸਮਾਈ ਹੋਈ ਹੈ। ਪਾਣੀ ਜਦੋਂ ਬਰਸਦਾ ਹੈ, ਮੀਂਹ ਪੈਂਦਾ ਹੈ, ਉਦੋਂ ਖੁਸ਼ੀ ਹੁੰਦੀ ਹੈ ਹਰ ਜੀਵ ਜੰਤੂ ਨੂੰ। ਉੱਠੇ, ਇੱਥੇ ਵਿਸਰਾਮ ਲਗਾਵਾਂਗੇ। ਅੰਨ ਕਮਾਦ ਕਪਾਹਾਂ ਸਭ ਸੇ ਪੜਦਾ ਹੋਵੇ। ਮੀਂਹ ਪੈਣ ਦੇ ਨਾਲ ਅੰਨ ਪੈਦਾ ਹੁੰਦਾ ਹੈ, ਕਮਾਦ ਉਗਦਾ ਹੈ, ਕਪਾਹ ਪੈਦਾ ਹੁੰਦੀ ਹੈ, ਤੇ ਕਪਾਹ ਸਾਰਿਆਂ ਦਾ ਪਰਦਾ ਬਣਦੀ ਹੈ, ਪਰਦਾ ਢੱਕਦੀ ਹੈ। ਕੱਪੜੇ ਕਪਾਹ ਤੋਂ ਹੀ ਬਣੇ ਨੇ ਨਾ। ਤੇ ਜੇ ਬਰਸਾਤ ਨਾ ਪਏ, ਪਾਣੀ ਨਾ ਹੋਵੇ, ਕਪਾਹ ਪੈਦਾ ਨਹੀਂ ਹੋਏਗੀ। ਕਪਾਹ ਪੈਦਾ ਨਹੀਂ ਹੋਏਗੀ, ਕੱਪੜੇ ਨਹੀਂ ਹੋਣਗੇ, ਬੰਦੇ ਦਾ ਪਰਦਾ ਵੀ ਨਹੀਂ ਰਹੇਗਾ। ਇਸ ਲਈ ਪਾਣੀ ਦੀਆਂ ਬਰਕਤਾਂ ਨੇ ਨਾ। ਮੀਂਹ ਪਿਆ ਅੰਨ ਪੈਦਾ ਹੁੰਦਾ ਹੈ, ਕਮਾਦ ਉਗਦਾ ਹੈ, ਕਪਾਹ ਹੁੰਦੀ ਹੈ, ਜੋ ਸਾਰਿਆਂ ਦੇ ਪਰਦਾ ਢੱਕਣ ਦਾ ਕਾਰਨ ਬਣਦੀ ਹੈ। ਉੱਠੇ, ਇੱਥੇ ਵਿਸਰਾਮ ਲਗਾਵਾਂਗੇ। ਕਾਹ ਚਰਹਿ ਨਿਤ ਸੁਰਹੀ, ਚਰਹਿ ਸੁਰਹੀ ਗਾਵਾਂ, ਇਹਨੂੰ ਕਾਹੋ ਨਹੀਂ ਪੜਨਾ, ਕਾਹ ਪੜਨਾ ਹੈ। ਸਾਤਨ ਦਹੀਂ ਵਿਲੋਵੇ, ਸਾਤਨ ਦਾ ਮਤਲਬ ਇਸਤਰੀ। ਦਹੀਂ, ਦਹੀਂ ਤਾਂ ਦਹੀਂ ਨੂੰ ਕਹਿੰਦੇ ਨੇ, ਵਿਲੋਵੇ ਦਾ ਮਤਲਬ ਰਿੜਕਦੀ ਹੈ। ਮੀਂਹ ਪਿਆ ਹੋਇਆ, ਮੀਂਹ ਪੈਣ ਦੇ ਨਾਲ ਘਾਹ ਉਗਦਾ ਹੈ। ਮੀਂਹ ਪਿਆ ਉੱਗਿਆ ਹੋਇਆ ਘਾਹ ਗਊਆਂ ਚਰਦੀਆਂ ਨੇ। ਕਾਹ ਚਰੇ ਨਿਤ ਸੁਰਹੀ, ਸੁਰਹੀ ਦਾ ਮਤਲਬ ਸੁਰਭੀ, ਗਾਵਾਂ। ਗਾਵਾਂ ਘਾਹ ਚੁਗਦੀਆਂ ਨੇ, ਦੁੱਧ ਦਿੰਦੀਆਂ ਨੇ। ਉਸ ਦੁੱਧ ਤੋਂ ਦਹੀਂ ਬਣਦਾ ਹੈ, ਤੇ ਦਹੀਂ ਫਿਰ ਘਰ ਦੀ ਜਨਾਨੀ ਰਿੜਕਦੀ ਹੈ, ਤੇ ਦਹੀਂ ਰਿੜਕ ਕੇ ਫਿਰ ਮੱਖਣ ਨਿਕਲਦਾ ਤੇ ਉਹਦੇ ਨਾਲ ਘਿਓ ਬਣਾਉਂਦੀ ਹੈ। ਹੁਣ ਦੇਖੋ, ਸ਼ੁਰੂਆਤ ਪਾਣੀ ਤੋਂ ਕਰ ਰਹੇ ਨੇ। ਪਾਣੀ ਵਰਸਦਾ ਹੈ, ਘਾਹ ਉਗਦਾ ਹੈ, ਗਾਵਾਂ ਘਾਹ ਖਾਂਦੀਆਂ ਨੇ, ਘਾਹ ਖਾ ਕੇ ਦੁੱਧ ਦਿੰਦੀਆਂ ਨੇ, ਦੁੱਧ ਤੋਂ ਦਹੀਂ ਬਣਦਾ ਹੈ, ਦਹੀਂ ਬਣਨ ਦੇ ਨਾਲ ਮੱਖਣ ਨਿਕਲਦਾ ਹੈ, ਮੱਖਣ ਨੂੰ ਪਿਘਲਾ ਕੇ ਤੇ ਘਿਓ ਬਣਾਇਆ ਜਾਂਦਾ ਹੈ। ਤੇ ਜਿਹੜਾ ਫਿਰ ਉਹ ਘਿਓ ਬਣਦਾ ਨਾ, ਤਿਤ ਕੇ ਹੋਮ ਜਗ ਸਦ ਪੂਜਾ, ਪੈ ਕਾਰਜ ਸੋ ਹੈ। ਤਿਤ ਕੇ ਦਾ ਮਤਲਬ ਉਸ ਘਿਓ ਦੇ ਨਾਲ ਹੋਮ ਜਗ ਔਰ ਪੂਜਾ ਕੀਤੀ ਜਾਂਦੀ ਹੈ। ਬੇਸ਼ੱਕ ਇਹਨਾਂ ਪੂਜਾ ਅਰਚਨਾਵਾਂ ਦੇ ਵਿੱਚ ਸਿੱਖ ਧਰਮ ਦਾ ਕੋਈ ਵਿਸ਼ਵਾਸ ਨਹੀਂ, ਪਰ ਗੁਰੂ ਜੀ ਪਾਣੀ ਦੀ ਮਹਾਨਤਾ ਦੱਸ ਰਹੇ ਨੇ ਨਾ, ਕਿ ਪਾਣੀ ਵਸਿਆ, ਘਾਹ ਉਗਿਆ, ਗਾਂ ਨੇ ਘਾਹ ਚ ਗਿਆ, ਉਹਦੇ ਨਾਲ ਦੁੱਧ ਬਣਿਆ, ਦੁੱਧ ਤੋਂ ਦਹੀਂ ਬਣਿਆ, ਦਹੀਂ ਰਿੜਕ ਕੇ ਤੇ ਮੱਖਣ ਕੱਢਿਆ, ਘਿਓ ਬਣਿਆ, ਤੇ ਘਿਓ ਦੇ ਨਾਲ ਹੁਣ ਹੋਮ ਜਗ ਤੇ ਪੂਜਾ ਹੋ ਰਹੀ ਹੈ। ਇਹ ਸਾਰਾ ਪਾਣੀ ਕਰਕੇ। ਜੇ ਪਾਣੀ ਨਾ ਹੁੰਦਾ ਘਿਓ ਵੀ ਨਹੀਂ ਸੀ ਹੋਣਾ। ਪੈ ਕਾਰਜ ਸੋ ਹੈ, ਪੈ ਦਾ ਮਤਲਬ ਘਿਓ ਪੈਣ ਦੇ ਨਾਲ, ਘਿਓ ਪੈਣ ਦੇ ਨਾਲ ਹੀ ਸਾਰੇ ਕਾਰਜ ਸ਼ੋਭਦੇ ਨੇ। ਜਿਵੇਂ ਹੁਣ ਕੜਾਹ ਬਣਾਉਣਾ ਹੈ, ਜਾਂ ਮਤਲਬ ਖੀਰ ਬਣਾ ਕੇ ਵਿੱਚ ਘਿਓ ਪਾਣਾ ਹੈ, ਸਬਜ਼ੀ ਬਣਾਣੀ ਹੈ, ਜਾਂ ਹੋਰ ਸਾਰੇ ਕਾਰਜ ਤਾਂ ਹੀ ਸ਼ੋਭਦੇ ਨੇ ਜੇ ਘਿਓ ਹੋਵੇ ਵਿਆਹ ਸ਼ਾਦੀਆਂ ਦੇ ਵਿੱਚ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਇੱਕ ਦੱਸ ਕੇ ਨਾ, ਇਹ ਸਾਰਾ ਇਹਨਾਂ ਦਾ ਸਿਲਸਿਲਾ ਸਮਝਾ ਕੇ ਹੁਣ ਇਹਨਾਂ ਨੂੰ ਰਾਸਤਾ ਦੱਸ ਰਹੇ ਨੇ ਕਿ ਇਹਨਾਂ ਦਾ ਰਾਸਤਾ ਕੀ ਹੈ, ਇਹ ਕੀ ਕਰਨ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਸ ਵਡਿਆਈ। ਇਹਨੂੰ ਨਾਤੈ ਨਹੀਂ ਪੜਨਾ, ਨਾਤੈ। ਗੁਰੂ ਸਮੁੰਦ,
ਗੁਰੂ ਜੀ ਹੁਣ ਇੱਕ ਹੋਰ ਇਸ਼ਨਾਨ ਦੀ ਗੱਲ ਕਰ ਰਹੇ ਨੇ ਕਿ ਗੁਰੂ ਮਾਨੋ ਇੱਕ ਸਮੁੰਦਰ ਹੈ। ਗੁਰੂ ਸਮੁੰਦਰ ਹੈ। ਨਦੀ ਸਭ ਸਿੱਖੀ। ਸਿੱਖੀ ਦਾ ਮਤਲਬ ਇੱਥੇ ਹੈ ਸਿੱਖਿਆ, ਵਿਚਾਰਧਾਰਾ। ਜੋ ਗੁਰੂ ਦੀ ਸਿੱਖਿਆ ਹੈ ਉਹ ਮਾਨੋ ਸਾਰੀਆਂ ਨਦੀਆਂ ਨੇ। ਜਿੰਨੀਆਂ ਵੀ ਨਦੀਆਂ ਨੇ ਨਾ, ਇਸ਼ਨਾਨ ਵਗੈਰਾ ਲੋਕ ਕਰਦੇ, ਸਮਝ ਲਓ ਗੁਰੂ ਦੀ ਸਿੱਖਿਆ ਹੀ ਅਸਲੀ ਨਦੀ ਹੈ। ਨਾਤੈ ਜਿਤ ਵਡਿਆਈ, ਜਿਸ ਵਿੱਚ ਨਹਾਉਣ ਦੇ ਨਾਲ, ਸੁਰਤ ਜੋੜਨ ਨਾਲ ਵਡਿਆਈ ਮਿਲਦੀ ਹੈ। ਗੁਰੂ ਸਮੁੰਦਰ ਹੈ। ਗੁਰੂ ਦੀ ਸਿੱਖਿਆ ਮਾਨੋ ਨਦੀਆਂ ਨੇ, ਤੇ ਗੁਰੂ ਦੀ ਸਿੱਖਿਆ ਰੂਪ ਨਦੀ ਦੇ ਵਿੱਚ ਨਹਾਉਣ ਦੇ ਨਾਲ ਵਡਿਆਈ ਕਾਹਦੀ ਮਿਲਦੀ ਹੈ ਕਿ ਸਮੁੰਦਰ ਦੇ ਵਿੱਚ ਜਾ ਰਲੀਦਾ, ਰੱਬ ਵਰਗਾ ਬੰਦਾ ਹੋ ਜਾਂਦਾ ਹੈ। ਜੇ ਗੁਰੂ ਦੀ ਸਿੱਖਿਆ ਦੇ ਨਾਲ ਆਪਣੀ ਮੈਂਟੈਲਿਟੀ ਦਾ ਇਸ਼ਨਾਨ ਕਰਾਇਆ ਜਾਏ, ਮਤ ਨੂੰ ਧੋਤਾ ਜਾਏ, ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਜੇ ਕੋਈ ਗੁਰੂ ਦੀ ਸਿੱਖਿਆ ਨਾਲ ਆਪਣੀ ਮਤ ਨੂੰ ਧੋਵੇ, ਆਪਣੀ ਸੋਚ ਨੂੰ ਸਾਫ਼ ਕਰੇ, ਮੇਨ ਗੱਲ ਸੋਚ ਦੀ ਹੈ। ਜੇ ਸੋਚ ਸਾਫ਼ ਔਰ ਮਹਾਨ ਵਿਸ਼ਾਲ ਹੋ ਜਾਏ ਤਾਂ ਵਡਿਆਈ ਮਿਲ ਸਕਦੀ ਹੈ। ਇਹ ਜਿਹੜੇ ਜੈਨੀਆਂ ਵਾਲੇ ਕਰਮ ਕਰਕੇ ਵਡਿਆਈ ਨਹੀਂ ਮਿਲਦੀ, ਨਾ ਐਵੇਂ ਸਮਾਜ ਚੱਲਦਾ। ਨਾਨਕ ਇੱਥੇ ਥੋੜਾ ਜਿਹਾ ਰੁਕਣਾ ਹੈ। ਜੇ ਸਿਰ ਖੁੱਥੇ ਨਾਵਣ ਨਾਹੀ, ਤਾਂ ਸੱਤ ਚੱਟੇ ਸਿਰ ਛਾਈ। ਇਹ ਨਾਨਕ ਇਹ ਸਿਰ ਖੁੱਤੇ ਇਸ ਨਾਮ ਜਲ ਵਿੱਚ ਇਸ਼ਨਾਨ ਨਹੀਂ ਕਰਦੇ। ਜੇ ਸਿਰ ਖੁੱਥੇ ਨਾਵਣ ਨਾਹੀ, ਤਾਂ ਸੱਤ ਚੱਟੇ ਸਿਰ ਛਾਈ। ਤਾਂ ਨਿਰੀ ਮੁਖਾਲਕ ਹੀ ਖੱਟਦੇ ਨੇ, ਸਵਾਹ ਹੀ ਸਿਰ ਚ ਪਾਈ ਫਿਰਦੇ ਨੇ, ਯਾਨੀ ਇਹਨਾਂ ਨੂੰ ਕੋਈ ਵਡਿਆਈ ਨਹੀਂ ਮਿਲਦੀ। ਇੱਕ ਤਾਂ ਅਰਥ ਇਸ ਤਰ੍ਹਾਂ ਕਰਦੇ ਨੇ, ਤੇ ਦੂਜਾ ਇਸ ਤਰ੍ਹਾਂ ਕਰਦੇ ਨੇ, ਜੇਕਰ ਮੂੰਡ ਨਚਾਉਣ ਵਾਲੇ ਇਸ਼ਨਾਨ ਨਾ ਕਰਨ, ਜੇ ਸਿਰ ਖੁੱਥੇ ਨਾਵਣ ਨਾਹੀ, ਜੇ ਨਹੀਂ ਨਹਾਉਂਦੇ, ਤਾਂ ਸੱਤ ਚੱਟੇ ਸਿਰ ਛਾਈ। ਚੱਟੇ ਦਾ ਮਤਲਬ ਮੁੱਠਾਂ। ਤਦ ਸੱਤ ਬੁੱਕ ਉਹਨਾਂ ਦੇ ਸਵਾਹ ਵਿੱਚ ਝਾਟੇ ਤੇ ਪੈਣ, ਪਈ ਸਵਾਹ ਪੈ ਤੁਹਾਡੇ ਸਿਰ ਚ, ਨਾ ਤੇ ਨਾ ਸੀ। ਗੱਲ ਇੱਕ ਹੀ ਹੈ, ਕਿਸੇ ਵੀ ਢੰਗ ਦੇ ਨਾਲ ਕਹਿ ਲਓ ਕਿ ਜੇਕਰ ਉਹ ਇਸ਼ਨਾਨ ਕਰਦੇ ਨੇ ਕਿਹਦੇ ਵਿੱਚ, ਗੁਰੂ ਰੂਪ ਨਦੀ ਦੇ ਅੰਦਰ, ਗੁਰੂ ਦੀ ਸਿੱਖਿਆ ਰੂਪ ਨਦੀ ਵਿੱਚ, ਤਾਂ ਇਹਨਾਂ ਦਾ ਵੀ ਭਲਾ ਹੋ ਸਕਦਾ ਹੈ। ਤੇ ਜੇ ਇਸ਼ਨਾਨ ਨਹੀਂ ਕਰਦੇ, ਉਸ ਸਿੱਖਿਆ ਵਿੱਚ, ਉਸ ਮਾਰਗ ਅਨੁਸਾਰ ਨਹੀਂ ਚੱਲਦੇ, ਤਾਂ ਸੱਤ ਚੱਟੇ ਸਿਰ ਛਾਈ, ਤਾਂ ਫਿਰ ਇਹਨਾਂ ਦੇ ਸਿਰ 'ਚ ਸੱਤ ਬੁੱਕ ਸਵਾਹ ਹੀ ਪਵੇਗੀ। ਮੁਖਾਲਕ ਖੱਟਣਗੇ ਦਾ ਮਤਲਬ ਇਹ ਨਹੀਂ ਕਿ ਸਵਾਹ ਕੋਈ ਪਾਏਗਾ। ਸਵਾਹ ਪੈਣ ਦਾ ਮਤਲਬ ਇਹ ਹੁੰਦਾ ਕਿ ਨਮੋਸ਼ੀ ਹੁੰਦੀ ਹੈ, ਉਹਨਾਂ ਨੂੰ ਮਾਣ ਆਦਰ ਨਹੀਂ ਮਿਲਦਾ, ਮਾਣ ਆਦਰ ਤੋਂ ਵਾਂਝੇ ਰਹਿ ਜਾਂਦੇ। ਤਾਂ ਗੁਰੂ ਪਾਤਸ਼ਾਹ ਜੀ ਇਹਨਾਂ ਦਾ ਸੋਲੂਸ਼ਨ ਦੱਸ ਰਹੇ ਨੇ ਕਿ ਇਹ ਕੋਈ ਜੀਵਨ ਦਾ ਢੰਗ ਨਹੀਂ। ਜੇ ਸਾਰੀ ਦੁਨੀਆ ਐਵੇਂ ਕਰਨ ਲੱਗ ਜਾਏ ਤਾਂ ਦੁਨੀਆ ਚੱਲ ਨਹੀਂ ਸਕਦੀ, ਸਮਾਜ ਨਹੀਂ ਚੱਲ ਸਕਦਾ। ਜੇ ਵਹਿਮ ਤੱਕ ਜਾਓਗੇ ਤੇ ਜੀਵ ਹੱਤਿਆ ਤੋਂ ਕਿਸੇ ਵੀ ਢੰਗ ਦੇ ਨਾਲ ਨਹੀਂ ਬਚਿਆ ਜਾ ਸਕਦਾ। ਸਾਡੇ ਸਰੀਰ ਦੇ ਅੰਦਰ ਲੱਖਾਂ ਸੈੱਲ ਹਰ ਰੋਜ਼ ਮਰ ਰਹੇ ਨੇ, ਲੱਖਾਂ ਸੈੱਲ ਖਤਮ ਹੋ ਰਹੇ ਨੇ। ਜਦੋਂ ਅਸੀਂ ਬੋਲਦੇ ਹਾਂ ਤਾਂ ਸਾਡੇ ਸੈੱਲ ਜੰਮਦੇ, ਮਰਦੇ ਨੇ ਔਰ ਪੈਦਾ ਵੀ ਹੋ ਰਹੇ ਨੇ। ਯਾਨੀ ਕਹਿਣ ਤੋਂ ਭਾਵ ਕਿ ਜੀਵ ਹੱਤਿਆ ਤੋਂ ਬਚ ਨਹੀਂ ਪਾਓਗੇ। ਜੇ ਗਾਜਰ ਮੂਲੀਆਂ ਵੀ ਖਾਓਗੇ ਤਾਂ ਵੀ ਉਹ ਜੀਵ ਹੱਤਿਆ ਹੀ ਹੋਏਗੀ, ਕਿਉਂਕਿ ਜੀਵ ਤੇ ਉਹਨਾਂ ਵਿੱਚ ਵੀ ਹੈ। ਜੇ ਪਾਣੀ ਪੀਓਗੇ ਤੇ ਪਾਣੀ ਵੀ ਜੀਵ ਹੱਤਿਆ ਤੇ ਹੋਏਗੀ, ਕਿਉਂਕਿ ਪਹਿਲਾ ਪਾਣੀ ਜੀਵ ਹੈ, ਪਵਨ ਗੁਰੂ ਪਾਣੀ ਪਿਤਾ। ਇਸ ਲਈ ਵਹਿਮ ਤੋਂ ਬਚਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰਬਾਣੀ ਜੀਵ ਹੱਤਿਆ ਦਾ ਪ੍ਰਚਾਰ ਪ੍ਰਸਾਰ ਕਰਦੀ ਹੈ, ਐਵੇਂ ਨਹੀਂ ਹੈ। ਗੱਲ ਵਹਿਮ ਤੋਂ ਬਚਣ ਦੀ ਹੈ ਕਿ ਵਹਿਮ ਤੋਂ ਬਚਣਾ ਹੈ। ਵਹਿਮ ਤੱਕ ਜਦੋਂ ਕੋਈ ਚੀਜ਼ ਚਲੀ ਜਾਂਦੀ ਹੈ ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਹੈ, ਔਰ ਫਿਰ ਇਹਨਾਂ ਚੀਜ਼ਾਂ ਨੂੰ ਧਰਮ ਦੇ ਨਾਲ ਜੋੜ ਲਿਆ ਜਾਂਦਾ ਹੈ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਹੈ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ। ਕਿ ਅੱਗ ਨੂੰ ਪਾਲਾ ਕੀ ਕਰ ਸਕਦਾ ਹੈ? ਭਾਵ ਅੱਗ ਦਾ ਪਾਲਾ ਕੁਛ ਨਹੀਂ ਵਿਗਾੜ ਸਕਦਾ। ਸੂਰਜ ਕੇ ਹੀ ਰਾਤ, ਤੇ ਸੂਰਜ ਦੀ ਰਾਤ ਕੀ ਵਿਗਾੜ ਸਕਦੀ? ਸੂਰਜ ਦਾ ਹਨੇਰਾ ਕੀ ਕਰ ਸਕਦਾ ਹੈ? ਕਿਉਂਕਿ ਸੂਰਜ ਦੇ ਸਾਹਮਣੇ ਹਨੇਰਾ ਟੇਕ ਹੀ ਨਹੀਂ ਸਕਦਾ, ਅੱਗ ਦੇ ਸਾਹਮਣੇ ਪਾਲਾ ਟੇਕ ਹੀ ਨਹੀਂ ਸਕਦਾ। ਇਹਨਾਂ ਦਾ ਕੁਛ ਨਹੀਂ ਵਿਗਾੜ ਸਕਦੀ ਠੰਡ ਔਰ ਹਨੇਰਾ। ਚੰਦ ਹਨੇਰਾ ਕੇ ਕਰੇ, ਇਹਨੂੰ ਹਨੇਰਾ ਨਹੀਂ ਪੜਨਾ, ਨੰਨੇ ਥੱਲੇ ਥੋੜਾ ਜਿਹਾ ਅੱਧਾ ਹਾਹਾ ਲਗਾਣਾ ਹੈ। ਹਨੇਰਾ ਜਿਵੇਂ ਨਹੀਂ ਬੋਲੀਦਾ, ਹਨੇਰਾ, 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 ਨੰਨੇ ਥੱਲੇ ਅੱਧਾ ਹਾਹਾ। ਚੰਦ ਹਨੇਰਾ ਕੇ ਕਰੇ, ਪੌਣ ਪਾਣੀ ਕਿਆ ਜਾਤ। ਹਨੇਰਾ ਚੰਦਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਤੇ ਉੱਚੀ ਨੀਵੀਂ ਜਾਤ ਜਿਹੜੀ ਹੈ ਉਹ ਪਾਣੀ ਨੂੰ ਨਹੀਂ ਵਿਗਾੜ ਸਕਦੀ।
ਭਾਵ ਕਿ ਕੋਈ ਉੱਚੀ ਨੀਵੀਂ ਜਾਤ ਇਹਨਾਂ ਤੱਤਾਂ ਨੂੰ ਭੇਟ ਨਹੀਂ ਸਕਦੀ। ਕਿ ਜਿਵੇਂ ਅਸੀਂ ਕਹਿੰਦੇ ਆ ਵੀ ਸਾਡਾ ਹੱਥ ਨੀਵੀਂ ਜਾਤ ਨੂੰ ਲੱਗ ਗਿਆ ਤੇ ਅਸੀਂ ਭੇਟ ਜਾਵਾਂਗੇ, ਜਿਵੇਂ ਬ੍ਰਾਹਮਣ ਕਹਿੰਦੇ ਸਨ ਉੱਚੀ ਨੀਵੀਂ ਜਾਤ, ਤਾਂ ਪੌਣ ਪਾਣੀ ਨੂੰ ਕੋਈ ਭੇਟ ਨਹੀਂ ਹੈ। ਇਹਨਾਂ ਦਾ ਕੁਛ ਨਹੀਂ ਵਿਗੜਦਾ। ਉੱਚੀ ਨੀਵੀਂ ਜਾਤ ਪੌਣ ਪਾਣੀ ਨੂੰ ਨਹੀਂ ਭੇਟ ਸਕਦੀ। ਚੰਦ ਦਾ ਹਨੇਰਾ ਕੁਛ ਨਹੀਂ ਵਿਗਾੜ ਸਕਦਾ। ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਝ ਹੋਏ। ਚੀਜੀ ਦਾ ਮਤਲਬ ਚੀਜ਼ਾਂ, ਭੋਜਨ ਜੋ ਯੱਗ ਸਮੇਂ ਧਰਤੀ ਨੂੰ ਅਰਪਣ ਕੀਤੇ ਜਾਂਦੇ ਨੇ। ਕਈ ਲੋਕ ਨੇ ਨਾ ਯੱਗ ਕਰਨ ਲੱਗਿਆਂ ਧਰਤੀ ਦੇ ਨਾਮ ਦੀ ਰੋਟੀ ਕੱਢਦੇ ਨੇ, ਥੋੜਾ ਜਿਹਾ ਭੋਜਨ ਧਰਤੀ ਵਾਸਤੇ ਵੀ ਇਹ ਧਰਤੀ ਖਾ ਲੇਗੀ, ਧਰਤੀ ਵਾਸਤੇ ਅਰਪਣ ਕੀਤਾ ਜਾਂਦਾ ਹੈ ਚੀਜੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਧਰਤੀ ਦੇ ਅੰਦਰ ਹਰ ਇੱਕ ਚੀਜ਼ ਪੈਦਾ ਹੁੰਦੀ ਹੈ, ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ, ਇਹ ਤਾਂ ਪੈਦਾ ਹੀ ਧਰਤੀ ਵਿੱਚੋਂ ਹੋ ਰਹੀਆਂ ਨੇ। ਤੇ ਦੂਜੀ ਗੱਲ, ਧਰਤੀ ਨੂੰ ਜਿਸ ਤੋਂ ਚੀਜ਼ਾਂ ਪੈਦਾ ਹੁੰਦੀਆਂ ਨੇ ਉਹ ਚੀਜ਼ਾਂ ਅਰਪਣ ਕਰਕੇ ਕੀ ਉਹਦੀ ਵਡਿਆਈ ਹੋ ਸਕਦੀ ਹੈ। ਜਿਸ ਧਰਤੀ ਦੇ ਵਿੱਚੋਂ ਹਜ਼ਾਰਾਂ ਕਿਸਮ ਦੇ ਫਲ ਔਰ ਫੁੱਲ ਪੈਦਾ ਹੋ ਰਹੇ ਨੇ, ਸੋਨਾ ਚਾਂਦੀ ਸਾਰਾ ਕੁਝ ਨਿਕਲ ਰਿਹਾ ਹੈ, ਤੇ ਜੇ ਉਸ ਧਰਤੀ ਵਾਸਤੇ 4 ਦਾਣੇ ਕੋਈ ਬਾਜਰੇ ਦੇ ਸੁੱਟ ਤੇ ਵੀ ਧਰਤੀ ਨੂੰ ਖੁਸ਼ ਕਰਨ ਲਈ, ਤੇ ਉਹਦੇ ਨਾਲ ਕੀ ਪ੍ਰਭਾਵ ਪਵੇਗਾ ਉਹਦਾ। ਇਹ ਖਿਆਲ ਜਿਹੜੇ ਨੇ ਇਹ ਨਿਰਰਥਕ ਨੇ। ਗੁਰੂ ਜੀ ਕਹਿੰਦੇ ਨੇ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੇ ਸੋਏ। ਇਸੇ ਤਰ੍ਹਾਂ ਉਹੀ ਇੱਜ਼ਤ ਅਸਲੀ ਇੱਜ਼ਤ ਸਮਝੋ, ਭਾਵ ਸਿਰਫ ਉਸੇ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ ਜਿਹੜੀ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੁੰਦੀ ਹੈ। ਪ੍ਰਭੂ ਦਰ ਤੋਂ ਜੋ ਆਦਰ ਮਿਲੇ ਉਹਨੂੰ ਫਿਰ ਕੋਈ ਜੀਵ ਵਿਗਾੜ ਨਹੀਂ ਸਕਦਾ। ਇਹ ਦਰਗਾਹੀ ਆਦਰ ਵਾਸਤੇ ਉਦਮ ਕਰੋ। ਜਿਵੇਂ ਸੂਰਜ ਦਾ ਹਨੇਰਾ ਕੁਛ ਨਹੀਂ ਨਾ ਵਿਗਾੜ ਸਕਦਾ, ਜਿਵੇਂ ਅੱਗ ਦਾ ਪਾਲਾ ਕੁਛ ਨਹੀਂ ਵਿਗਾੜ ਸਕਦੀ, ਜਿਵੇਂ ਸੂਰਜ ਨੂੰ ਰਾਤ ਕੁਛ ਨਹੀਂ, ਕਿਉਂਕਿ ਉਹਨਾਂ ਦੇ ਕੋਲ ਉਹ ਅਸਲੀਅਤ ਹੈ, ਸ਼ਕਤੀ, ਮਹਾਨਤਾ ਹੈ। ਤਾਂ ਇਸੇ ਤਰ੍ਹਾਂ ਜਿਹੜੀ ਇੱਜ਼ਤ ਰੱਬ ਵੱਲੋਂ ਮਿਲੀ ਹੋਈ ਨਾ, ਸੱਚ ਦੇ ਉੱਤੇ ਤੁਰ ਕੇ, ਉਸ ਇੱਜ਼ਤ ਨੂੰ ਕੋਈ ਵਿਗਾੜ ਨਹੀਂ ਸਕਦਾ। ਉਹਨੂੰ ਕੋਈ ਨਹੀਂ ਕਹਿ ਸਕਦਾ ਵੀ ਇਹ ਬੰਦਾ ਨੀਵਾਂ ਹੈ ਜਾਂ ਇਹ ਬੰਦਾ ਉੱਚਾ ਹੈ। ਉਹਦਾ ਕੀ ਵਿਗਾੜ ਲੋਗੇ ਜਿਹੜਾ ਮਾਨ, ਆਦਰ, ਸਤਿਕਾਰ ਸੱਚੇ ਰਾਹ ਤੇ ਚੱਲ ਕੇ ਮਿਲਿਆ ਹੋਏ। ਜਿਵੇਂ ਭਗਤ ਸਹਿਬਾਨ ਨੇ, ਗੁਰੂ ਸਹਿਬਾਨ ਨੇ, ਬਾਣੀਕਾਰ ਨੇ, ਤਾਂ ਇਹਨਾਂ ਦਾ ਕੌਣ ਵਿਗਾੜ ਸਕਦਾ ਹੈ ਕੁਛ। ਇਹਨਾਂ ਨੂੰ ਕਿਵੇਂ ਤੁਸੀਂ ਨੀਵਾਂ ਦਿਖਾ ਸਕਦੇ ਹੋ। ਉਹ ਲੋਕ ਜਿਹੜੇ ਹਿਊਮਨ ਰਾਈਟਸ ਵਾਸਤੇ ਆਰਿਆਂ ਦੇ ਨਾਲ ਚਿਰ ਗਏ, ਜਿਹੜਾ ਮਾਨ ਆਦਰ ਉਹਨਾਂ ਨੂੰ ਮਿਲਿਆ, ਉਹਨਾਂ ਨੂੰ ਕਿਵੇਂ ਨੀਵਾਂ ਦਿਖਾ ਸਕੋਗੇ। ਅੱਜ ਦੇ ਯੁੱਗ ਵਿੱਚ ਵੀ ਭਗਤ ਪੂਰਨ ਸਿੰਘ ਵਰਗਿਆਂ ਨੂੰ ਕਿਵੇਂ ਨੀਵਾਂ ਦਿਖਾ ਲੋਗੇ, ਉਹਨਾਂ ਦੀ ਇੱਜ਼ਤ ਨੂੰ ਕਿਵੇਂ ਨੀਵਾਂ ਕਰ ਦੋਗੇ, ਜਿਹੜੀ ਇੱਜ਼ਤ ਰੱਬ ਵੱਲੋਂ ਮਿਲੀ ਹੈ, ਜਿਹੜੀ ਇੱਜ਼ਤ ਸੱਚ ਦੇ ਉੱਤੇ ਤੁਰ ਕੇ ਮਿਲੀ ਹੈ। ਇਸ ਲਈ ਇਹਨਾਂ ਕਰਮ ਕਾਂਡਾਂ ਦੇ ਨਾਲ ਇੱਜ਼ਤ ਨਹੀਂ ਮਿਲਦੀ, ਅਸਲੀ ਇੱਜ਼ਤ ਸੱਚ ਤੇ ਤੁਰਿਆ ਮਿਲਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤੁਧ ਸੱਚੇ ਸੁਭਾਨ ਸਦਾ ਕਲਾਣਿਆ। ਸੁਭਾਨ ਦਾ ਮਤਲਬ ਹੈਗਾ ਅਸ਼ਚਰਜ, ਤੇ ਕਲਾਣਿਆਂ ਦਾ ਮਤਲਬ ਕੀਤਾ ਹੈ ਕਿ ਮੈਂ ਵਡਿਆਈ ਕੀਤੀ ਹੈ। ਕਲਾਣਿਆਂ ਦਾ ਮਤਲਬ ਕਲਾਣ ਕਰਨਾ, ਵਡਿਆਈ ਕਰਨੀ, ਗਾਵਿਆ ਹੈ। ਤੁਧ ਦਾ ਮਤਲਬ ਤੈਨੂੰ। ਤੁਧ ਸੱਚੇ ਸੁਭਾਨ ਸਦਾ ਕਲਾਣਿਆ। ਹੇ ਸੱਚੇ ਪ੍ਰਭੂ, ਮੈਂ ਤੈਨੂੰ ਸਦਾ ਸੁਭਾਨ ਆਖ ਕੇ ਵਡਿਆਉਂਦਾ ਹਾਂ, ਅਸ਼ਚਰਜ ਅਸ਼ਚਰਜ ਕਰਕੇ ਵਡਿਆਉਂਦਾ ਹਾਂ ਕਿ ਤੂੰ ਅਸ਼ਚਰਜ ਹੈ, ਵੰਡਰਫੁਲ ਹੈ, ਤੇਰਾ ਇਹ ਸੰਸਾਰ ਵੰਡਰਫੁਲ ਹੈ, ਤੇਰੀ ਕੱਲੀ ਕੱਲੀ ਚੀਜ਼ ਹੈਰਾਨ ਕਰ ਦੇਣ ਵਾਲੀ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੋਗ, ਯਾਨੀ ਹਰ ਚੀਜ਼ ਵਿਸਮਾਦ ਦੇ ਅੰਦਰ ਲੈ ਜਾਣ ਵਾਲੀ ਹੈ। ਮੈਂ ਸਿਰਫ ਤੇਰੀ ਸਿਫਤ ਸਲਾਹ ਕਰਦਾ ਹਾਂ। ਮੈਂ ਜੀਵ ਹੰਸਾ ਦੇ ਵਹਿਮ ਚ ਨਹੀਂ ਪੈਂਦਾ, ਮੈਂ ਕਰਮ ਕਾਂਡਾਂ ਵਿੱਚ ਨਹੀਂ ਪੈਂਦਾ, ਮੈਂ ਕੇਵਲ ਤੇਰੀ ਸਿਫਤ ਸਲਾਹ ਕਰਦਾ, ਤੇਰੀ ਰਜ਼ਾ ਵਿੱਚ ਤੁਰਦਾ। ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਦੀਵਾਨ ਦਾ ਮਤਲਬ ਕਚਹਿਰੀ ਵਾਲਾ, ਹਾਕਮ। ਹੋਰ ਦਾ ਮਤਲਬ ਹੋਰ ਸਾਰੇ ਜੀਵ। ਆਵਣ ਜਾਣਿਆ ਦਾ ਮਤਲਬ ਆਉਣ ਜਾਣ ਵਾਲੇ। ਤੂੰ ਸਦਾ ਕਾਇਮ ਰਹਿਣ ਵਾਲਾ ਹਾਕਮ ਹੈ। ਬਾਕੀ ਸਾਰੇ ਜੀਵ ਜੰਮਦੇ ਮਰਦੇ ਰਹਿੰਦੇ ਨੇ, ਕੋਈ ਆ ਗਿਆ, ਕੋਈ ਚਲਾ ਗਿਆ। ਜਿੰਨੇ ਵੀ ਜੰਮਣਾ ਹੈ ਉਹਨੇ ਮਰਨਾ ਹੈ, ਜਿਹੜਾ ਆਇਆ ਹੈ ਉਹਨੇ ਇੱਕ ਦਿਨ ਚਲੇ ਜਾਣਾ ਹੈ। ਇੱਥੇ ਸਦਾ ਥਿਰ ਕੋਈ ਨਹੀਂ ਹੈ। ਪਰ हे ਪ੍ਰਭੂ, ਤੂੰ ਸਦਾ ਥਿਰ ਹੈ, ਤੂੰ ਜਨਮ ਮਰਨ ਵਿੱਚ ਨਹੀਂ। ਸੱਚ ਜੇ ਮੰਗੈ ਦਾਨ ਸਿ ਤੁਧ ਹੈ ਜਿਹਾ। ਜੇ ਦਾ ਮਤਲਬ ਜਿਹੜੇ, ਮੰਗੇ ਹੈ ਜਿਹੜੇ ਮੰਗਦੇ ਨੇ, ਦਾਨ ਦਾ ਮਤਲਬ ਦਾਤ, ਸੇ ਦਾ ਮਤਲਬ ਉਹ, ਤੁਧੇ ਜਿਹਾ ਦਾ ਮਤਲਬ ਤੇਰੇ ਵਰਗੇ। ਜੋ ਬੰਦੇ ਸੱਚ ਦਾ ਦਾਨ ਮੰਗਦੇ ਨੇ ਤੇਰੇ ਤੋਂ ਕਿ ਮੈਨੂੰ ਸੱਚ ਮਿਲੇ,
सच्ची जिंदगी मिले, मैं सच बोला, सच वेखां, सच सुना, सच कमावां, सच दा संग्रहण करा, मन वचन कर्म करके मैं सच्चा हुआ। से तुदे जिहा हे रब्बा, ਉਹ ਤੇਰੇ ਵਰਗੇ ਨੇ, ਤੇਰੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ। ਇਹਦਾ ਮਤਲਬ ਕਿ ਸੱਚ ਜਿਹੜਾ ਹੈ ਉਹ ਮਹਾਨਤਾ ਹੈ ਦੁਨੀਆ ਵਿੱਚ, ਜ਼ਿੰਦਗੀ ਦੇ ਅੰਦਰ। ਇਸੇ ਲਈ ਜਪਜੀ ਸਾਹਿਬ ਦੇ ਅੰਦਰ ਸਭ ਤੋਂ ਪਹਿਲਾ ਜਿਹੜਾ ਬਚਨ ਹੈ ਉਹ ਕੀਤਾ ਹੀ ਇਹ ਗਿਆ ਹੈ ਕਿ ਕਿਵ ਸਚਿਆਰਾ ਹੋਈਏ। ਸਚਿਆਰ ਕਿਵੇਂ ਹੋਣਾ ਹੈ? ਮਨੁੱਖ ਦੀ ਪ੍ਰੋਬਲਮ ਇਹ ਹੈ ਕਿ ਸਚਿਆਰ ਕਿਵੇਂ ਹੋਣਾ ਹੈ। ਸਾਡਾ ਗੋਲ ਇਹ ਹੈ ਕਿ ਸਚਿਆਰ ਕਿਵੇਂ ਹੋਣਾ ਹੈ, ਕਿਉਂਕਿ ਰੱਬ ਵੀ ਸਚਿਆਰ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਰੱਬ ਵਰਗੇ ਹੋ ਜਾਂਦੇ ਨੇ ਜਿਹੜੇ ਲੋਕ ਸੱਚ ਮੰਗਦੇ ਨੇ। ਸੱਚ ਜੇ ਮੰਗੇ ਦਾਨ ਸੇ ਤੁਧੇ ਜਿਹਾ, ਜਿਹੜੇ ਤੇਰੇ ਦਰ ਤੋਂ ਸੱਚ ਰੂਪ ਦਾਨ ਮੰਗਦੇ ਨੇ। ਸੱਚਾ ਜੀਵਨ, ਸੱਚੀ ਸੋਚ, ਸੱਚੇ ਬੋਲ, ਸੱਚਾ ਵਿਹਾਰ ਸੇ ਤੁਧੇ ਜਿਹਾ, ਉਹ ਤੇਰੇ ਵਰਗੇ ਹੀ ਹੋ ਜਾਂਦੇ ਨੇ। ਦੇਖੋ ਰੱਬ ਦੇ ਨਾਲ ਮਿਲਣਾ ਕਿੰਨਾ ਸੌਖਾ ਹੈ, ਤੇ ਰੱਬ ਦੇ ਨਾਲ ਮਿਲਿਆ ਹੋਇਆ ਬੰਦਾ ਕੌਣ ਹੈ? ਇਹ ਪੰਕਤੀ ਦਾ ਅਰਥ ਸਮਝ ਲਓ ਤੇ ਸਮਝ ਆ ਜਾਏਗੀ। ਜਿਹੜਾ ਸੱਚ ਦੇ ਵਿੱਚ ਮਿਲ ਗਿਆ, ਰੱਬ ਵਿੱਚ ਮਿਲ ਗਿਆ। ਸੱਚ ਦਾ ਮਿਲ ਜਾਣਾ ਹੀ ਰੱਬ ਦਾ ਮਿਲ ਜਾਣਾ ਹੈ। ਸੱਚ ਵਿੱਚ ਅਭੇਦ ਹੋ ਜਾਣਾ ਹੀ ਰੱਬ ਵਿੱਚ ਅਭੇਦ ਹੋ ਜਾਣਾ ਹੈ। ਆਪਣੀ ਸੁਰਤ ਨੂੰ, ਆਪਣੀ ਸੋਚ ਨੂੰ ਸੱਚ ਦੇ ਅੰਦਰ ਮਿਲਾ ਦੇਣਾ ਹੀ ਰੱਬ ਦਾ ਮਿਲਾਪ। ਰੱਬ ਵਰਗਾ ਹੀ ਉਹ ਬੰਦਾ ਹੋ ਜਾਂਦਾ। ਸੱਚ ਤੇਰਾ ਫੁਰਮਾਨ ਸ਼ਬਦੇ ਸੁਹਿਆ। ਸੁਹਿਆ ਦਾ ਮਤਲਬ ਸੋਹਣਾ ਲੱਗਾ ਹੈ। ਤੇਰਾ ਅਟਲ ਹੁਕਮ ਗੁਰੂ ਦੇ ਸ਼ਬਦ ਰਾਹੀਂ ਮਿੱਠਾ ਲੱਗਦਾ ਹੈ। ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ, ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਜਦੋਂ ਅਸੀਂ ਗੁਰੂ ਤੋਂ ਗਿਆਨ ਦੀ ਦਾਤ ਲੈਂਦੇ ਹਾਂ, ਫਿਰ ਤੇਰਾ ਫੁਰਮਾਨ ਜਿਹੜਾ ਹੁਕਮ ਹੈ ਉਹ ਸੱਚ ਪ੍ਰਤੀਤ ਹੁੰਦਾ ਹੈ, ਸੋਹਣਾ ਲੱਗਦਾ ਹੈ, ਮਿੱਠਾ ਲੱਗਦਾ ਹੈ। ਹੁਣ ਜਦੋਂ ਅਸੀਂ ਪਾਵਨ ਬਾਣੀ ਨੂੰ ਪੜਾਂਗੇ ਨਾ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਦ ਤੋਂ ਲੈ ਕੇ ਅੰਤ ਤੱਕ ਹੁਕਮ ਦੇ ਅੰਦਰ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੱਥੇ ਪੂਰੀ ਦੁਨੀਆ, ਪੂਰੀ ਦੀ ਪੂਰੀ ਕਾਇਨਾਤ, ਹਰ ਜੀਵ ਜੰਤ ਹੁਕਮ ਦੇ ਅੰਦਰ ਹੈ। ਹੁਕਮ ਦਾ ਮਤਲਬ ਸਿਸਟਮ। ਅੱਜ ਦੇ ਲੈਂਗੁਏਜ ਵਿੱਚ ਸਾਨੂੰ ਸਮਝਣਾ ਸੌਖਾ ਹੋ ਜਾਏਗਾ। ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਤੇ ਫਿਰ ਸਾਨੂੰ ਹੁਕਮ ਚੰਗਾ ਲੱਗਣ ਲੱਗ ਜਾਏਗਾ ਵੀ ਗੱਲ ਤਾਂ ਠੀਕ ਹੈ, ਹਰ ਚੀਜ਼ ਸਿਸਟਮ ਵਿੱਚ ਹੈ ਤੇ ਸਿਸਟਮ ਦੇ ਅੰਦਰ ਚੱਲ ਕੇ ਹੀ ਸੁੱਖ ਸ਼ਾਂਤੀ ਪਾਈ ਜਾ ਸਕਦੀ ਹੈ। ਸਿਸਟਮ ਨੂੰ ਸਹੀ ਤਰ੍ਹਾਂ ਫੋਲੋ ਕਰਕੇ ਹੀ ਆਤਮਿਕ ਆਨੰਦ ਮਾਣਿਆ ਜਾ ਸਕਦਾ ਹੈ, ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਸਿਸਟਮ ਤੋਂ ਬਾਹਰ ਤੇ ਕੁਝ ਵੀ ਨਹੀਂ ਹੈ। ਜੇ ਕੋਈ ਬੰਦਾ ਪੜ੍ਹਾਈ ਤੇ ਕਰੇ ਹਿਸਟਰੀ ਦੀ, ਔਰ ਹਿਸਟਰੀ ਦੀ ਪੜ੍ਹਾਈ ਕਰਕੇ ਐਮਏ ਹਿਸਟਰੀ ਕਰੇ ਤੇ ਫਿਰ ਬਾਅਦ ਦੇ ਵਿੱਚ ਕਵੇ ਵੀ ਮੈਂ ਤੇ ਹਾਰਟ ਆਪਰੇਸ਼ਨ, ਹਾਰਟ ਸਪੈਸ਼ਲਿਸਟ ਬਣ ਗਿਆ ਤੇ ਮੈਂ ਹੁਣ ਦਿਲ ਦੇ ਆਪਰੇਸ਼ਨ ਕਰਿਆ ਕਰਾਂਗਾ, ਤਾਂ ਜਿਹੜਾ ਹਿਸਟਰੀ ਪੜਿਆ ਹੁਣ ਹਾਰਟ ਸਪੈਸ਼ਲਿਸਟ ਕਿਵੇਂ ਬਣ ਜਾਏਗਾ? ਨਹੀਂ ਬਣ ਸਕਦਾ ਨਾ। ਸਿਸਟਮ ਹੈ। ਸਮਝ ਆ ਜਾਂਦੀ ਹੈ ਸਾਨੂੰ ਕਿ ਜੇ ਡਾਕਟਰ ਇੰਜੀਨੀਅਰ ਬਣਨਾ ਹੈ ਤਾਂ ਉਹਦਾ ਵਾਸਤੇ ਸਿਸਟਮ ਹੈ ਕੋਈ, ਹਰ ਸ਼ੈ ਸਿਸਟਮ ਦੇ ਅੰਦਰ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਤੇ ਚੀਜ਼ ਸਾਨੂੰ ਪਿਆਰੀ ਲੱਗਣ ਲੱਗ ਜਾਏਗੀ ਕਿ ਵਾਸਤਵ ਦੇ ਵਿੱਚ ਹੀ ਅਸਲੀ ਜ਼ਿੰਦਗੀ ਤਾਂ ਹੁਕਮ ਵਿੱਚ ਜੀਣ ਦੀ ਹੈ। ਸਿਸਟਮ ਤੋਂ ਬਾਹਰ ਤੇ ਅਸੀਂ ਕੁਝ ਪਾ ਹੀ ਨਹੀਂ ਸਕਦੇ, ਸਿਸਟਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਤਾਂ ਫਿਰ ਉਹਨਾਂ ਨੂੰ ਇਹ ਜਿਹੜਾ ਸ਼ਬਦ ਰਿਹਾ ਗੁਰੂ ਦਾ ਗਿਆਨ ਹੈ, ਗੁਰੂ ਗਿਆਨ ਰਾਹੀਂ ਫਿਰ ਉਹਨਾਂ ਪਿਆਰਿਆਂ ਨੂੰ ਰੱਬੀ ਹੁਕਮ ਸੋਹਣਾ, ਮਿੱਠਾ, ਪਿਆਰਾ ਲੱਗਣ ਲੱਗ ਜਾਂਦਾ ਹੈ। ਔਰ ਉਹ ਰੱਬੀ ਹੁਕਮ ਵਿੱਚ ਤੁਰਦੇ ਨੇ, ਫਿਰ ਉਹ ਜੈਨੀਆਂ ਵਾਲੇ ਕੰਮ ਨਹੀਂ ਕਰਦੇ। ਮੰਨੇ ਗਿਆਨ ਧਿਆਨ ਤੁਧੈ ਤੇ ਪਾਇਆ। ਇਹਨੂੰ ਮੰਨੀਏ ਨਹੀਂ ਪੜਨਾ, ਮੰਨਿਆ। ਜੇ ਅਸੀਂ ਪੜਾਂਗੇ ਨਾ ਮੰਨੀਏ, ਤਾਂ ਉਦੋਂ ਫਿਰ ਨੰਨੇ ਨਾਲ ਬਿਹਾਰੀ ਹੋਣੀ ਚਾਹੀਦੀ ਹੈ ਤੇ ਉਸ ਦਾ ਅਰਥ ਹੋ ਜਾਏਗਾ ਵੀ ਆਓ ਰਲ ਕੇ ਮੰਨੀਏ। ਲੇਕਿਨ ਮੰਨਿਆ ਦਾ ਮਤਲਬ ਹੈ ਮਨਨ ਨਾਲ। ਗਿਆਨ ਦਾ ਮਤਲਬ ਅਸਲੀਅਤ ਦੀ ਸਮਝ, ਤੇ ਧਿਆਨ ਦਾ ਮਤਲਬ ਹੈ ਟਿਕੀ ਹੋਈ ਸੁਰਤ। ਮੰਨਿਆ ਦਾ ਮਤਲਬ ਮੰਨਣ ਕਰਕੇ, ਤੇਰਾ ਹੁਕਮ ਮੰਨਣ ਦੇ ਨਾਲ ਅਸਲੀਅਤ ਦੀ ਸਮਝ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਆ ਜਾਂਦੀ ਹੈ, ਗਿਆਨ ਮਿਲ ਜਾਂਦਾ ਹੈ, ਅਸਲੀਅਤ ਦੀ ਸੂਝ ਆਉਂਦੀ ਹੈ। ਧਿਆਨ ਦਾ ਮਤਲਬ ਟਿਕੀ ਹੋਈ ਸੁਰਤ। ਫਿਰ ਉਹ ਧਿਆਨ ਜਿਹੜਾ ਹੈ ਆਪਣੇ ਸੱਚ ਤੋਂ ਆਸੇ-ਪਾਸੇ ਨਹੀਂ ਜਾਂਦਾ। ਤੇਰੇ ਪਾਸੋਂ ਹੀ ਉਹਨਾਂ ਨੂੰ ਇਹ ਚੀਜ਼ ਹਾਸਲ ਹੋਈ ਹੈ। ਤੇਰੇ ਹੁਕਮ ਨੂੰ ਮੰਨ ਕੇ ਤੇਰੇ ਪਾਸੋਂ ਉਹਨਾਂ ਨੂੰ ਗਿਆਨ ਔਰ ਧਿਆਨ ਦੋਵੇਂ ਚੀਜ਼ਾਂ ਮਿਲ ਜਾਂਦੀਆਂ ਨੇ। ਅਸਲੀਅਤ ਦੀ ਸਮਝ ਆ ਜਾਂਦੀ ਹੈ ਔਰ ਸੱਚ ਦੇ ਅੰਦਰ ਫਿਰ ਉਹਨਾਂ ਦਾ ਧਿਆਨ ਸਦਾ ਲਈ ਟਿਕ ਜਾਂਦਾ ਹੈ, ਉਹਨਾਂ ਦੇ ਅੰਦਰ ਟਿਕਾਵ ਆ ਜਾਂਦਾ ਹੈ, ਉਹਨਾਂ ਦਾ ਮਨ ਸੱਚ ਤੋਂ ਫਿਰ ਇੱਧਰ ਉੱਧਰ ਭਟਕਦਾ ਨਹੀਂ ਹੈ।
ਕਰਮ ਪਵੈ ਨਿਸ਼ਾਨ ਨਾ ਚਲੇ ਚਲਾਇਆ। ਕਰਮ ਦਾ ਮਤਲਬ ਮਿਹਰ, ਨਿਸ਼ਾਨ ਦਾ ਮਤਲਬ ਮੱਥੇ ਤੇ ਲੇਖ। ਤੇਰੀ ਮਿਹਰ ਨਾਲ ਉਹਨਾਂ ਦੇ ਮੱਥੇ ਤੇ ਸੋਹਣਾ ਲੇਖ ਲਿਖਿਆ ਜਾਂਦਾ ਹੈ, ਜੋ ਕਿਸੇ ਦਾ ਮਿਟਾਇਆ ਹੋਇਆ ਮਿਟਦਾ ਨਹੀਂ। ਕਰਮ, ਬਖਸ਼ਿਸ਼, ਰਹਿਮਤ। ਹੁਣ ਮੱਥੇ ਦਾ ਲੇਖ ਕੀ ਹੈ, ਇਹਨੂੰ ਆਪਾਂ ਬਹੁਤ ਵਾਰ ਐਕਸਪਲੇਨ ਕਰ ਚੁੱਕੇ ਹਾਂ। ਤੇ ਮੱਥੇ ਦਾ ਲੇਖ ਇਹ ਨਹੀਂ ਕਿ ਪਿੱਛੋਂ ਲਿਖਿਆ ਹੋਇਆ ਆ ਰਿਹਾ ਹੈ। ਮੱਥੇ ਦਾ ਲੇਖ ਹੈ ਜੋ ਅਸੀਂ ਆਪ ਲਿਖ ਰਹੇ ਹਾਂ, ਸੰਸਕਾਰ ਅਸੀਂ ਆਪਣੇ ਅੰਦਰ ਪੈਦਾ ਕਰ ਰਹੇ ਹਾਂ। ਇਹ ਕਿਵੇਂ ਲਿਖਿਆ ਜਾਂਦਾ ਹੈ? ਦੇਖੋ, ਜਿਸ ਦਿਨ ਅਸਾਂ ਜਨਮ ਲਿਆ ਸੀ, ਸਾਡਾ ਮਨ ਬਿਲਕੁਲ ਕੋਰਾ ਕਾਗਜ਼ ਸੀ, ਤੇ ਇਸ ਕੋਰੇ ਕਾਗਜ਼ ਦੇ ਅੰਦਰ ਸਾਡੇ ਅੰਦਰ ਸੁਭਾਅ ਜਿਹੜਾ ਬਣਿਆ ਨਾ, ਉਹ ਲਿਖਿਆ ਗਿਆ ਹੈ ਕਿੱਥੋਂ? ਸੁਸਾਇਟੀ ਚੋਂ। ਸਾਡੇ ਮਾਤਾ ਪਿਤਾ, ਭੈਣ ਭਰਾ, ਯਾਰ ਦੋਸਤ, ਸੱਜਣ ਮਿੱਤਰ, ਉਹਨਾਂ ਰਾਹੀਂ ਸਾਡੇ ਅੰਦਰ ਇਨਫੋਰਮੇਸ਼ਨ ਦਿੱਤੀ ਗਈ ਹੈ, ਚੰਗੀ ਜਾਂ ਮਾੜੀ। ਮੰਨ ਲਓ ਉਹ ਇਨਫੋਰਮੇਸ਼ਨ ਸਾਡੇ ਅੰਦਰ ਨੈਗੇਟਿਵ ਚਲੀ ਗਈ, ਤਾਂ ਨੈਗੇਟਿਵ ਵਿਚਾਰਾਂ ਨੇ ਸਾਡੇ ਅੰਦਰ ਅੱਗੇ ਨੈਗੇਟਿਵਿਟੀ ਪੈਦਾ ਕੀਤੀ, ਜਿਵੇਂ ਵੀ ਤੇਰੇ ਤੋਂ ਇਹ ਕੰਮ ਨਹੀਂ ਹੋਣਾ। ਫਿਰ ਸਾਡੇ ਆਪਣੇ ਅੰਦਰ ਇੱਕ ਵਿਚਾਰ ਬਣ ਗਿਆ ਵੀ ਇਹ ਕੰਮ ਮੇਰੇ ਤੋਂ ਨਹੀਂ ਹੋਣਾ। ਫਿਰ ਅਸੀਂ ਉਸ ਕੰਮ ਨੂੰ ਛੱਡ ਦਿੱਤਾ, ਤੇ ਕੰਮ ਨੂੰ ਛੱਡਣ ਦੇ ਨਾਲ ਫਿਰ ਸਾਡੇ ਅੰਦਰ ਕੋਈ ਕਾਰਜ ਨਹੀਂ ਹੋਇਆ, ਔਰ ਕੰਮ ਸਾਡੇ ਕੋਲੋਂ ਨਹੀਂ ਹੋਣਾ। ਫਿਰ ਅਸੀਂ ਕੰਮ ਛੱਡ ਦਿੱਤਾ, ਤੇ ਅਗਲੀ ਵਿਚਾਰ ਇਹ ਆਉਂਦੀ ਕਿ ਕਮਜ਼ੋਰ ਦਿਮਾਗ ਵਾਲੇ ਫੇਲ ਹੋ ਜਾਂਦੇ ਨੇ ਤੇ ਸਹੀ ਦਿਮਾਗ ਵਾਲੇ ਅੱਗੇ ਲੰਘ ਜਾਂਦੇ ਨੇ। ਅਗਲੀ ਵਿਚਾਰ ਸਾਡੇ ਵਿੱਚ ਪੈਦਾ ਹੋ ਗਈ ਕਿ ਮੈਂ ਕਮਜ਼ੋਰ ਦਿਮਾਗ ਵਾਲਾ ਹਾਂ। ਉਹ ਫਿਰ ਇੱਕ ਐਸਾ ਸਰਕਲ ਚੱਲ ਜਾਂਦਾ ਹੈ, ਚਾਹੇ ਉਹ ਨੈਗੇਟਿਵਿਟੀ ਦਾ ਚਲਾ ਲਓ, ਚਾਹੇ ਉਹ ਪੋਜ਼ਿਟਿਵਿਟੀ ਦਾ ਚਲਾ ਲਓ। ਇਸੇ ਨੂੰ ਕਹਿੰਦੇ ਨੇ ਲੇਖ। ਜਿਵੇਂ ਜਿਵੇਂ ਅਸੀਂ ਆਦਤਾਂ ਸਿੱਖਦੇ ਹਾਂ, ਸੁਭਾਅ ਬਣਾਉਂਦੇ ਹਾਂ, ਸਾਡੇ ਅੰਦਰ ਇਨਫੋਰਮੇਸ਼ਨ ਜਾਂਦੀ ਹੈ, ਤੇ ਉਹ ਇਨਫੋਰਮੇਸ਼ਨ ਜਿਹੜੀ ਹੈ ਪੱਕੀ ਹੁੰਦੀ ਰਹਿੰਦੀ ਹੈ। ਇੱਕ ਸਾਡੇ ਅੰਦਰ ਨਿਊਰੋਨਲ ਪੈਟਰਨ ਬਣ ਜਾਂਦਾ ਹੈ, ਤੇ ਉਹ ਨਿਸ਼ਾਨ ਜਿਹੜਾ ਨਿਊਰੋਨਲ ਪੈਟਰਨ ਬਣਿਆ ਹੈ ਅੰਦਰ, ਜੋ ਸੁਭਾਅ ਹੈ, ਜੋ ਸਾਡੀਆਂ ਆਦਤਾਂ ਨੇ, ਨਾ ਚੱਲੇ ਚਲਾਇਆ ਦਾ ਮਤਲਬ ਕਿਸੇ ਦਾ ਮਿਟਾਇਆ ਮਿਟਦਾ ਨਹੀਂ। ਕਿ ਹੁਣ ਮੈਂ ਤੁਹਾਡੀਆਂ ਆਦਤਾਂ ਬਦਲ ਸਕਦਾ, ਜਾਂ ਤੁਸੀਂ ਮੇਰੀਆਂ ਆਦਤਾਂ ਬਦਲ ਸਕਦੇ ਹੋ, ਜਾਂ ਮੈਂ ਕਿਸੇ ਜੋਤਸ਼ੀ ਕੋਲ ਜਾਵਾਂ ਤੇ ਮੈਂ ਕਹਾਂ ਕਿ ਮੇਰਾ ਸੁਭਾਅ ਬਦਲ ਜਾਏ, ਤਾਂ ਜੋਤਸ਼ੀ ਮੇਰਾ ਸੁਭਾਅ ਬਦਲ ਦੇਗਾ ਕਿ ਮੰਤਰ ਉਹ ਪੜ੍ਹੇ ਤੇ ਮੇਰੀਆਂ ਆਦਤਾਂ ਚੰਗੀਆਂ ਹੋ ਜਾਣ। ਜਾਂ ਕੋਈ ਜਿੰਨੇ ਵੀ ਆ ਬਾਬੇ ਨੇ, ਜੇ ਕੋਈ ਬਾਬਾ ਮੰਤਰ ਜੰਤਰ ਮਾਰੇ ਤੇ ਮੇਰਾ ਸੁਭਾਅ ਬਦਲ ਜਾਏ। ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਉਸ ਸੁਭਾਅ ਨੂੰ ਬਦਲ ਨਹੀਂ ਸਕਦਾ। ਤੀਰਥਾਂ ਤੇ ਨਾਤਿਆਂ ਸੁਭਾਅ ਨੇ ਨਹੀਂ ਬਦਲਣਾ, ਵਰਤਨ ਰਾਤੇ ਸਰਾਧਾਂ ਨਾਲ ਨਹੀਂ ਬਦਲਣਾ, ਸਮਾਧੀਆਂ ਲਾਉਣ ਨਾਲ ਨਹੀਂ ਬਦਲਣਾ, ਦਸਮ ਦੁਆਰ ਵਿੱਚ ਪ੍ਰਾਨ ਚੜਾਉਣ ਨਾਲ ਨਹੀਂ ਬਦਲਣਾ, ਬਾਬਿਆਂ ਤੋਂ ਨਹੀਂ ਬਦਲਣਾ। ਕੋਈ ਦੁਨੀਆ ਦੀ ਸ਼ਕਤੀ ਨਹੀਂ ਬਦਲ ਸਕਦੀ, ਸਿਰਫ ਰੱਬੀ ਹੁਕਮ ਵਿੱਚ ਬਦਲੇਗਾ, ਸਿਸਟਮ ਦੇ ਅੰਦਰ ਬਦਲੇਗਾ। ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਸਨ ਕਿ ਕੋਈ ਵੀ ਐਕਟੀਵਿਟੀ, ਜੋ ਇਵੈਂਟ ਹੈ, ਉਹ ਸਾਡੇ ਅੰਦਰ ਵਿਚਾਰ ਪੈਦਾ ਕਰਦਾ ਹੈ, ਸਾਡੇ ਅੰਦਰ ਬਿਲੀਫ ਸਿਸਟਮ, ਸਾਡੇ ਅੰਦਰ ਵਿਸ਼ਵਾਸ ਪੈਦਾ ਹੁੰਦਾ ਹੈ। ਤੇ ਜਿਹੜੇ ਸਾਡੇ ਵਿਚਾਰ ਨੇ, ਥਾਟਸ ਨੇ, ਉਹ ਸਾਡੇ ਅੰਦਰ ਇਮੋਸ਼ਨਸ ਪੈਦਾ ਕਰਦੇ ਨੇ। ਤੇ ਉਹ ਜਿਹੜੇ ਇਮੋਸ਼ਨਸ ਨੇ, ਉਹ ਸਾਡੇ ਉੱਤੇ ਦੋ ਤਰ੍ਹਾਂ ਪ੍ਰਭਾਵ ਪਾਉਂਦੇ ਨੇ, ਸਾਈਕੋਲੋਜੀਕਲੀ, ਫਿਜ਼ੀਕਲੀ ਔਰ ਸਾਈਕੋਲੋਜੀਕਲੀ, ਮੈਂਟਲੀ, ਮਨ ਤੇ ਔਰ ਸਰੀਰ ਤੇ। ਤੇ ਜਿਹੜੇ ਸਾਡੇ ਇਮੋਸ਼ਨਸ ਨੇ, ਉਹ ਫਿਰ ਸਾਡਾ ਬਿਹੇਵੀਅਰ ਪੈਦਾ ਕਰਦੇ। ਤੇ ਸਾਡਾ ਜਿਹੜਾ ਬਿਹੇਵੀਅਰ ਹੈ, ਉਹ ਫਿਰ ਇੱਕ ਹੋਰ ਇਵੈਂਟ ਨਵਾਂ ਪੈਦਾ ਕਰਦਾ ਹੈ। ਨਵੇਂ ਇਵੈਂਟ ਤੋਂ ਫਿਰ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ, ਥਾਟਸ ਫਿਰ ਸਾਡੇ ਅੰਦਰ ਇਮੋਸ਼ਨਸ ਪੈਦਾ ਕਰਦੇ ਨੇ, ਇਮੋਸ਼ਨਸ ਫਿਰ ਸਾਡੇ ਅੰਦਰ ਇੱਕ ਨਵਾਂ ਬਿਹੇਵੀਅਰ ਪੈਦਾ ਕਰਦੇ ਨੇ, ਤੇ ਉਹ ਬਿਹੇਵੀਅਰ ਸਾਡਾ ਫਿਰ ਇੱਕ ਇਵੈਂਟ ਪੈਦਾ ਕਰਦਾ ਹੈ। ਇੱਕ ਸਰਕਲ ਚੱਲ ਜਾਂਦਾ ਹੈ। ਇਹਨੂੰ ਹੁਣ ਤੋੜਿਆ ਨਹੀਂ ਜਾ ਸਕਦਾ। ਕਿਸੇ ਜੰਤਰ ਮੰਤਰ ਨਾਲ ਇਹਨੇ ਨਹੀਂ ਟੁੱਟਣਾ, ਤੀਰਥਾਂ ਤੇ ਨਾਤਿਆਂ ਨਹੀਂ ਟੁੱਟਣਾ। ਇਹ ਇਸੇ ਸਿਸਟਮ ਦੇ ਅੰਦਰ ਟੁਰੇਗਾ। ਅੱਗੇ ਇਹਨੂੰ ਡਿਸਪਿਊਟ ਕਿਵੇਂ ਕਰਨਾ ਹੈ, ਉਹਦੇ ਵਾਸਤੇ ਉਹ ਪੂਰੀ ਦੀ ਪੂਰੀ ਥਿਊਰੀ ਹੈ, ਜੋ ਸਾਨੂੰ ਪਾਵਨ ਬਾਣੀ ਦੇ ਅੰਦਰ ਦੱਸੀ ਗਈ ਹੈ। ਜੋ ਭਗਤ ਕਬੀਰ ਜੀ ਦਾ ਸ਼ਬਦ ਹੈ ਨਾ, ਫੀਲ ਰਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੇ, ਜਾਂ ਜਿਹੜੇ ਹੋਰ ਸ਼ਬਦ ਨੇ, ਜੋ ਸਾਧੂ ਜੋ ਕਿਰਪਾ ਗੋਬਿੰਦ ਪਈ, ਜਾਂ ਜਦੋਂ ਗੁਰੂ ਦੀ ਮਿਹਰ ਹੋਈ ਤਾਂ ਫਿਰ ਕੀ ਹੋਇਆ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਣਈ। ਜਿਹੜੀਆਂ ਪੁੱਠਾਂ ਗੱਲਾਂ ਨੇ ਸਿੱਧੀਆਂ ਹੋ ਜਾਂਦੀਆਂ ਨੇ, ਪਰ ਉਹ ਸਿਸਟਮ ਵਿੱਚ, ਰੱਬੀ ਹੁਕਮ ਵਿੱਚ। ਕਰਮ ਪਵੇ ਨਿਸ਼ਾਨ ਨਾ ਚਲੇ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹੈ ਸਵਾਇਆ। ਤੂੰ ਸੱਚਾ ਦਾਤਾਰ, ਸੱਚਾ ਦਾ ਮਤਲਬ ਸਦਾ ਰਹਿਣ ਵਾਲਾ ਹੈ। ਤੂੰ ਦਾਤਾਂ ਦੇਣ ਵਾਲਾ ਹੈ, ਤੂੰ ਨਿਤ ਬਖਸ਼ਿਸ਼ਾਂ ਕਰਦਾ ਹੈ, ਤੇ ਵਧੇਕ ਵਧੇਕ ਬਖਸ਼ਿਸ਼ਾਂ ਕਰੀ ਜਾ ਰਿਹਾ ਹੈ।
ਰੱਬ ਦਾਤਾਂ ਦੇਣ ਵਾਲਾ ਹੈ ਤੇ ਰੋਜ਼ ਨਵੀਆਂ ਤੋਂ ਨਵੀਆਂ ਵਧੀਕ ਸਵਾਈਆਂ ਬਖਸ਼ਿਸ਼ਾਂ ਕਰੀ ਜਾ ਰਿਹਾ ਹੈ, ਪਰ ਅਸੀਂ ਉਹਨਾਂ ਬਖਸ਼ਿਸ਼ਾਂ ਨੂੰ ਵਰਤ ਹੀ ਨਹੀਂ ਰਹੇ। ਸਾਡੇ ਅੰਦਰ ਸੱਚ ਹੈ, ਦਇਆ ਹੈ, ਪ੍ਰੇਮ ਹੈ, ਨਿਰਭੈਤਾ, ਨਿਰਵੈਰਤਾ, ਪਰ ਅਸੀਂ ਇਹਨਾਂ ਨੂੰ ਵਰਤਿਆ ਹੀ ਨਹੀਂ। ਜੇ ਸੱਚ ਨੂੰ ਵਰਤੋਗੇ ਨਾ ਤੇ ਸੱਚ ਘਟੇਗਾ ਨਹੀਂ, ਨਿਤ ਵਧੇਗਾ। ਦਇਆ ਵਾਲੇ ਸੁਭਾਅ ਨੂੰ ਵਰਤੋਗੇ, ਦਇਆ ਘਟੇਗੀ ਨਹੀਂ, ਨਿਤ ਵਧੇਗੀ। ਪ੍ਰੇਮ ਕਰੋਗੇ ਤਾਂ ਪ੍ਰੇਮ ਘਟੇਗਾ ਨਹੀਂ, ਨਿਤ ਵਧੇਗਾ। ਤੇ ਇਹ ਦਾਤਾਂ ਰੱਬ ਨੇ ਹਰ ਇੱਕ ਦੇ ਅੰਦਰ ਦਿੱਤੀਆਂ ਹੋਈਆਂ ਨੇ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ, ਨਿਰਭੈਤਾ, ਨਿਰਵੈਰਤਾ ਦੇ ਅੰਦਰ ਭਰੇ ਪਏ ਨੇ। ਅੰਤਰ ਖੂਟਾ ਅੰਮ੍ਰਿਤ ਭਰਿਆ, ਪਰ ਅਸੀਂ ਇਹਨਾਂ ਨੂੰ ਯੂਜ ਨਹੀਂ ਕਰਦੇ। ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਤੂੰ ਤੇ ਨਿਤ ਦਾਤਾਂ ਦੇ ਰਿਹਾ ਹੈ ਔਰ ਨਿਤ ਤੋਂ ਸਵਾਈਆਂ ਵੱਧ ਰਹੀਆਂ ਨੇ। ਜੇ ਕੋਈ ਉਹਨਾਂ ਦਾਤਾਂ ਨੂੰ ਵਰਤੇ, ਜੇ ਉਸ ਕਿਰਪਾ ਨੂੰ ਕੋਈ ਵਰਤੇ। ਨਾਨਕ ਮੰਗੇ ਦਾਨ ਜੋ ਤੁਧ ਪਾਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਾਲਕ, ਮੈਂ ਤੇਰੇ ਤੋਂ ਦਾਨ ਮੰਗਦਾ ਹਾਂ, ਤੇ ਮੰਗਦਾ ਕੀ ਹਾਂ? ਜੋ ਤੁਧ ਪਾਇਆ, ਜੋ ਤੈਨੂੰ ਚੰਗਾ ਲੱਗੇ, ਉਹ ਦਾਨ ਮੰਗਦਾ, ਆਪਣੀ ਮਰਜ਼ੀ ਨਹੀਂ। ਮੀਨਸ ਮੇਰੀ ਕੋਈ ਮਰਜ਼ੀ ਨਹੀਂ। ਜੋ ਤੁਧ ਪਾਇਆ ਦਾ ਮਤਲਬ ਜੋ ਤੈਨੂੰ ਪਾਉਂਦਾ, ਯਾਨੀ ਤੇਰੇ ਭਾਣੇ ਦੇ ਅੰਦਰ ਤੁਰਨਾ, ਇਹ ਮੈਂ ਦਾਨ ਮੰਗ ਰਿਹਾ ਕਿ ਮੈਂ ਤੇਰੀ ਰਜ਼ਾ ਵਿੱਚ ਤੁਰ ਸਕਾਂ, ਮੈਂ ਇਸ ਲਾਅ ਆਫ ਨੇਚਰ ਨੂੰ ਸਮਝ ਸਕਾਂ, ਮੈਂ ਕੁਦਰਤ ਦੀ ਨਿਯਮਾਵਲੀ ਨੂੰ ਸਮਝ ਸਕਾਂ, ਮੈਂ ਤੇਰੇ ਹੁਕਮ, ਰਜ਼ਾ, ਭਾਣੇ ਨੂੰ ਸਮਝ ਸਕਾਂ, ਮੈਂ ਸਿਸਟਮ ਨੂੰ ਸਮਝ ਸਕਾਂ ਔਰ ਮੈਂ ਤੇਰੀ ਰਜ਼ਾ ਦੇ ਅੰਦਰ ਤੁਰ ਸਕਾਂ। ਇਹੀ ਮੈਂ ਤੇਰੇ ਤੋਂ ਦਾਤ ਮੰਗਦਾ ਹਾਂ। ਤਾਂ ਇੱਥੇ ਇਹਨਾਂ ਸ਼ਲੋਕਾਂ ਦੇ ਅੰਦਰ ਜੈਨ ਮਾਰਗ ਬਾਰੇ ਖੁੱਲ ਕੇ ਵਿਚਾਰ ਕੀਤੀ ਹੈ ਕਿ ਉਹ ਕਿਸ ਕਿਸਮ ਦੇ ਜਿਹੜੇ ਨੇ ਕਰਮ ਕਰ ਰਹੇ ਨੇ। ਉਹਨਾਂ ਦੇ ਨਾਲ ਵਿਅੰਗਾਤਮਕ ਰੂਪ ਦੇ ਅੰਦਰ ਗੁਰੂ ਪਾਤਸ਼ਾਹ ਜੀ ਨੇ ਇਹਨਾਂ ਚੀਜ਼ਾਂ ਨੂੰ ਪੇਸ਼ ਕੀਤਾ ਹੈ ਕਿ ਇਹ ਲੋਕ ਸਿਰ ਖੁਹਾ ਰਹੇ ਨੇ, ਹੱਥ ਸਵਾਵਾਂ ਦੇ ਨਾਲ ਭਰੇ ਹੋਏ ਨੇ, ਗੰਦਾ ਪਾਣੀ ਪੀਂਦੇ ਨੇ, ਝੂਠ ਮੰਗ ਖਾਂਦੇ ਨੇ, ਆਪਣੇ ਪਖਾਨੇ ਨੂੰ ਫੋਲ ਕੇ ਕਿ ਕੀੜਾ ਨਾ ਮਰ ਜਾਏ ਤੇ ਗੰਦੀਆਂ ਪੜਾਸਾਂ ਲੈਂਦੇ ਨੇ, ਪਰ ਪਾਣੀ ਵੇਖ ਕੇ ਇਹਨਾਂ ਨੂੰ ਸੰਗ ਆਉਂਦੀ, ਸ਼ਰਮ ਹੁੰਦੀ, ਨਹਾਉਂਦੇ ਨਹੀਂ। ਭੇਡਾਂ ਦੀ ਤਰ੍ਹਾਂ ਸਿਰ ਖੁਆਉਂਦੇ ਨੇ, ਹੱਥ ਸਵਾਵਾਂ ਨਾਲ ਭਰੇ ਹੋਏ ਨੇ। ਮਾਂ ਪਿਓ ਦੀ ਇਹਨਾਂ ਨੇ ਕਿਰਤ ਗਵਾ ਦਿੱਤੀ ਹੈ, ਭਾਵ ਕਿਰਤਕਾਰ ਛੱਡ ਬੈਠੇ ਨੇ, ਤੇ ਇਹਨਾਂ ਦੇ ਟੱਬਰ ਜਿਹੜੇ ਪਰਿਵਾਰ ਵਾਲੇ ਮਾਂ-ਬਾਪ ਨੇ ਉਹ ਢਾਹੀ ਮਾਰ ਕੇ ਰੋਂਦੇ ਨੇ। ਫਿਰ ਅੱਗੇ ਵਿਅੰਗ ਕੀਤਾ ਹੈ ਕਿ ਨਾ ਤੇ ਹਿੰਦੂਆਂ ਵਾਲੇ ਕਰਮ ਹੀ ਇਹਨਾਂ ਦੇ ਪਿੱਛੋਂ ਕੀਤੇ ਜਾਂਦੇ ਨੇ, ਪਿੰਡ ਪੱਤਲ ਕਿਰਿਆ ਦੀਵਾ, ਤੇ ਨਾ ਹੀ ਇਹਨਾਂ ਨੂੰ 68 ਤੀਰਥ ਹੀ ਢੋਈ ਦਿੰਦੇ ਨੇ, ਭਾਵ ਇਹ ਤੀਰਥਾਂ ਤੇ ਵੀ ਨਹੀਂ ਜਾਂਦੇ। ਨਾ ਬ੍ਰਾਹਮਣ ਹੀ ਇਹਨਾਂ ਦੇ ਘਰ ਰੋਟੀ ਖਾਂਦੇ ਨੇ, ਭਾਵ ਇਹਨਾਂ ਦੇ ਘਰ ਕੋਈ ਖਾਣ ਪੀਣ ਵਾਲਾ ਮਹਿਮਾਨ ਵੀ ਨਹੀਂ ਆ ਰਿਹਾ। ਔਰ ਸਦਾ ਕੁਚੀਲ ਗੰਦੇ ਰਹਿੰਦੇ ਨੇ, ਇਹਨਾਂ ਦੇ ਮੱਥੇ ਤੇ ਟਿੱਕੇ ਵੀ ਨਹੀਂ, ਭਾਵ ਕਿ ਸਾਫ਼ ਸੁਥਰੇ ਨਹੀਂ ਹਨ। ਝੁੰਡੀ ਪਾਏ ਬਹਿਨ ਨਿਤ ਮਰਨੇ, ਇਹ ਉਂਦੀ ਪਾ ਕੇ ਸਿਰ ਸੁੱਟ ਕੇ, ਧੌਣਾ ਸੁੱਟ ਕੇ ਬੈਠੇ ਹੁੰਦੇ ਨੇ, ਜਿਵੇਂ ਕਿਸੇ ਮਰਨ ਦੇ ਉੱਤੇ ਅਫਸੋਸ ਕਰਨ ਆਏ ਹੋਣ। ਦੜ ਦੀਵਾਨ ਨਹੀਂ ਜਾਂਦੇ, ਯਾਨੀ ਕਿਸੇ ਸਭਾ ਸੁਸਾਇਟੀ ਵਿੱਚ ਨਹੀਂ ਜਾਂਦੇ। ਲੱਕਾਂ ਨਾਲ ਕਾਸ਼ੇ ਬੰਨੇ ਨੇ, ਹੱਥਾਂ ਵਿੱਚ ਫੁੰਮਣ ਫੜੇ ਨੇ ਔਰ ਅੱਗੇ ਪਿੱਛੇ ਕਤਾਰਾਂ ਬਨ ਕੇ ਤੁਰਦੇ ਨੇ। ਨਾ ਇਹ ਜੋਗੀ ਨੇ, ਨਾ ਇਹ ਜੰਗਮ ਨੇ, ਨਾ ਇਹ ਕਾਜੀ ਮੁੱਲਾ ਨੇ, ਇਹਨਾਂ ਵਾਲੀ ਵੀ ਕੋਈ ਇਹ ਕਿਰਤਕਾਰ ਨਹੀਂ ਕਰਦੇ। ਸਗੋਂ ਦਏ ਵਿਗੋਏ ਫਿਰੇ ਵਿਗੁੱਤੇ, ਫਿੱਟਾ ਵੱਤੇ ਗੱਲਾਂ, ਰੱਬ ਵੱਲੋਂ ਖੁੰਝੇ ਹੋਏ ਨੇ ਰਸ ਅਸਲੇ ਮਾਰਗ ਤੋਂ ਔਰ ਇਹ ਖੁਆਰ ਹੋ ਰਹੇ ਨੇ। ਫਿੱਟਾ ਦਾ ਮਤਲਬ ਸਮਝ ਲਓ ਇਹ ਫਿਟਕਾਰਿਆ ਹੋਇਆ ਇੱਕ ਟੋਲਾ ਫਿਰਦਾ ਹੈ। ਇਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈ ਕਿ ਜੀਆਂ ਮਾਰ ਜਿਵਾਲੇ ਸੋਈ ਅਵਰ ਨਾ ਕੋਈ ਰੱਖੇ, ਕਿ ਰੱਬ ਜਿਹੜਾ ਹੈ ਜੀਵਾਂ ਨੂੰ ਜਿਵਾਲਣ ਮਾਰਨ ਵਾਲਾ ਸਿਸਟਮ ਉਹਦੇ ਹੱਥ ਦੇ ਅੰਦਰ ਹੈ, ਹੁਕਮ ਦੇ ਅੰਦਰ ਸਾਰਾ ਕੁਝ ਹੈ। ਇਹ ਦਾਨ ਔਰ ਇਸ਼ਨਾਨ ਤੋਂ ਹੀ ਰਹਿ ਗਏ ਨੇ। ਨਾ ਇਹ ਸਫਾਈ ਰੱਖਦੇ ਨੇ, ਨਾ ਇਹ ਵੰਡ ਕੇ ਖਾਂਦੇ ਨੇ, ਸਗੋਂ ਆਪਣੇ ਸਿਰ ਦੇ ਵਿੱਚ ਸੁਆਹ ਪਾਈ ਫਿਰਦੇ ਨੇ। ਗੁਰੂ ਜੀ ਨੇ ਪਾਣੀ ਦੀ ਮਹਾਨਤਾ ਦੱਸੀ ਹੈ ਕਿ ਪਾਣੀ ਵਿੱਚੋਂ ਰਤਨ ਪੈਦਾ ਹੋਏ, 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ। ਔਰ ਨਹਾਉਣ ਦੇ ਨਾਲ ਹੀ ਨਹਾਏ ਨਿਵਾਜਾਂ, ਨਹਾਤੇ ਪੂਜਾ, ਨਾਵਨ ਸਦਾ ਸੁਜਾਣੀ ਦੀ ਗੱਲ ਕਰਕੇ ਤੇ ਅਖੀਰ ਕਿਹਾ ਹੈ, ਮੁਇਆਂ ਜੀਵਨ ਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ, ਕਿ ਜਿਉਣ ਤੋਂ ਜਨਮ ਤੋਂ ਲੈ ਕੇ ਮਰਨ ਤੱਕ ਜੇ ਇਸ਼ਨਾਨ ਪਾਨ ਕੀਤਾ ਜਾਏ ਤਾਂ ਹੀ ਸਰੀਰਕ ਪਵਿੱਤਰਤਾ ਔਰ ਸਫਾਈ ਬਣੀ ਰਹਿੰਦੀ ਹੈ। ਲੇਕਿਨ ਇਹ ਜਿਹੜੇ ਨਾਨਕ ਸਿਰ ਖੁੱਥੇ ਸ਼ੈਤਾਨੀ ਦਾ ਮਤਲਬ ਸ਼ੈਤਾਨ ਪੁੱਠੇ ਪਾਸੇ ਤੁਰੇ ਹੋਏ, ਇਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗੀਆਂ। ਤਾਂ ਇਹ ਜੀਵ ਦੀ ਜਿਹੜੀ ਹੱਤਿਆ ਹੈ, ਵਹਿਮ ਦਾ ਖੰਡਨ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਰੱਬੀ ਰਜ਼ਾ ਦੇ ਅੰਦਰ ਤੁਰਨ ਦੀ ਹਿਦਾਇਤ ਕੀਤੀ ਹੈ ਕਿ ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਗੁਣਾਂ ਦੇ ਧਾਰਨੀ ਹੁੰਦੇ ਨੇ, ਸੱਚ ਦੇ ਮੰਗੇ ਦਾਨ ਜਿਹੜੇ ਸੱਚ ਦੇ ਨਾਲ ਜੁੜ ਜਾਂਦੇ ਨੇ, ਉਹ ਰੱਬ ਵਰਗੇ ਹੀ ਹੋ ਜਾਂਦੇ ਨੇ। ਇਸ ਲਈ ਸੱਚੀ ਜ਼ਿੰਦਗੀ ਜੀਣੀ, ਮਨ ਬਚਨ ਕਰਮ ਕਰਕੇ ਸੱਚੇ ਹੋਣਾ, ਸਚਿਆਰ ਹੋਣਾ ਹੀ ਸਾਡੇ ਜੀਵਨ ਦਾ ਅਸਲ ਮਕਸਦ ਹੈ।
ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੈ ਤਾਂ ਉਹ ਅਨਮਿਊਟ ਹੋ ਜਾਓ ਔਰ ਆਪਣਾ ਉਹ ਸਵਾਲ ਵੀਰ ਭੈਣਾ ਪੁੱਛ ਸਕਦੇ ਹੋ। ਤੇ ਜੇ ਕਿਸੇ ਨੇ ਆਪਣੇ ਵਿਚਾਰ ਦੇਣੇ ਨੇ ਤਾਂ ਉਹ ਆਪਣੇ ਵਿਚਾਰ ਵੀ ਦੇ ਸਕਦੇ ਹਨ। ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰਨਗੇ। ਫੇਸਬੁੱਕ ਤੇ ਜਿੰਨੇ ਵੀ ਵੀਰ ਮੈਨੂੰ ਸਰਵਣ ਕਰ ਰਹੇ ਨੇ ਭੈਣਾ, ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ